देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਕੀ ਮਾਹੌਲ ਹੈਗਾ, ਕੀ ਸਥਿਤੀ ਹੈਗੀ ਇੱਥੇ ਔਰ ਕਿਸ ਤਰ੍ਹਾਂ ਦੇ ਪੁਲਿਸ ਨੇ ਤੁਹਾਨੂੰ ਰੋਕਿਆ, ਪਹਿਲੇ ਇਹ ਦੱਸੋ। ਪੁਲਿਸ ਨੇ यूपी ਬਾਰਡਰ ਵਾਲੇ ਤੇ ਉੱਤਰਾਖੰਡ ਬਾਰਡਰ ਵਾਲੇ ਦੋਨਾਂ ਸਾਈਡਾਂ 'ਚੋਂ ਰੋਕਿਆ। ਅੰਧਾਧੁੰਦ ਫੋਰਸ ਬੈਠੀ ਆ ਦੋਨਾਂ ਸਾਈਡਾਂ ਤੇ ਵੀ ਅਸੀਂ ਨਹੀਂ ਜਾਣ ਦੇਣਾ, ਪਰ ਕਿਸਾਨਾਂ ਨੇ ਹੱਥ ਠਾਣੀ ਹੋਈ ਆ ਵੀ ਇਹ ਜ਼ਰੂਰ ਪਹੁੰਚਾਂਗੇ। ਕਿਵੇਂ ਪਹੁੰਚੀਏ, ਜਿਵੇਂ ਮਰਜ਼ੀ ਪਹੁੰਚਾਂਗੇ ਜ਼ਰੂਰ। यूपी ਦੇ ਵਿੱਚ ਰਾਮਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਚੀਫ ਮਿਨਿਸਟਰ ਦਾ ਜ਼ੋਰ ਹੈ ਤੇ ਉਹ ਇਹੀ ਚੀਜ਼ ਰੋਕ ਰਿਹਾ ਕਿ ਕਿਸਾਨ ਉੱਥੇ ਨਾ ਜਾਣ, ਲੇਕਿਨ ਕਿਸਾਨ ਆਪਣੀ ਤਿਆਰੀ ਹੈ ਕਿ ਪਿੰਡਾਂ ਦੇ ਵਿੱਚ ਵੀ ਜਾਣਗੇ, ਆਸੇ ਪਾਸਿਓਂ ਵੀ ਜਾਣਗੇ, ਬਚ ਕੇ ਜਾਣਗੇ। ਲੇਕਿਨ ਅਸੀਂ ਇੱਕ ਮਾਹੌਲ ਕਾਲੇ ਬਣਾ ਰਹੇ ਹਾਂ ਕਿ ਸਾਡੇ ਕੋਲ 100 ਟਰਾਲੀ ਹੋਵੇ, 10,000 ਬੰਦਾ ਹੋਵੇ, ਅਸੀਂ ਸਰਕਾਰ ਦੇ ਨਾਲ ਲੜ ਕੇ ਅੱਗੇ ਨਿਕਲਾਂਗੇ। ਅਸੀਂ ਆਪਣਾ ਦੂਜਾ ਇਹਨਾਂ ਦਾ ਆਉਣ ਜਾਣ ਦਾ ਟ੍ਰੈਫਿਕ ਵੀ ਬੰਦ ਕਰਾਂਗੇ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਤਕਲੀਫ ਹੋਵੇ, ਉੱਥੇ ਤੱਕ ਪਹੁੰਚ ਕੇ ਉਹ ਟ੍ਰੈਫਿਕ ਬੰਦ ਹੈ। ਜਦ ਇਹਨਾਂ ਦਾ ਇਹ ਬੰਦ ਹੋ ਜਾਏਗਾ ਤੇ ਸਾਨੂੰ ਚਾਲੂ ਕਰਨਗੇ। ਹੁਣ ਤੁਸੀਂ ਦੱਸੋ, ਐਸਡੀਐਮ ਜਿਹੜਾ ਕਿ ਅੱਜ ਇੱਕ ਆਦਿੱਤਿਆਨਾਥ ਦੇ ਇਸ਼ਾਰੇ ਕਰਕੇ ਸਾਨੂੰ ਰੋਕ ਰਿਹਾ, ਉਹ ਕੱਲ ਨੂੰ ਅਡਾਣੀ ਦੇ ਆਖੇ ਲਾ ਕੇ ਸਾਡੀ ਜ਼ਮੀਨ ਨਹੀਂ ਇੱਥੇ ਆਏਗਾ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਸਿੰਘੂ ਬਾਰਡਰ ਤੇ ਕਿਸ ਤਰ੍ਹਾਂ ਦਾ ਨਾਲ ਕਿਸਾਨ ਅੰਦੋਲਨ ਚੱਲ ਰਿਹਾ ਹੈ, ਤੁਸੀਂ ਦੇਖ ਰਹੇ ਹੋ। ਟਿੱਕਰੀ ਬਾਰਡਰ ਤੇ ਕਿਸ ਤਰ੍ਹਾਂ ਦੇ ਨਾਲ ਕਿਸਾਨ ਲਗਾਤਾਰ ਜਮ੍ਹਾਂ ਹੋ ਰਹੇ ਨੇ, ਗਿਣਤੀ ਕਿਸਾਨਾਂ ਦੀ ਵੱਧ ਰਹੀ ਹੈ। ਇਹ ਵੀ ਤੁਸੀਂ ਲਗਾਤਾਰ ਦੈਨਿਕ ਸਵੇਰਾ ਤੇ ਦੇਖ ਰਹੇ ਹੋ। ਪਰ ਇਸ ਸਮੇਂ ਅਸੀਂ ਬਹੁਤ ਹੀ ਖਾਸ ਜਗ੍ਹਾ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸਾਨ ਅੰਦੋਲਨ, ਜਿਸ ਨੂੰ ਕਿ ਕੇਂਦਰ ਸਰਕਾਰ ਸਿਰਫ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਹਰਿਆਣਾ ਤੱਕ ਹੀ ਸੀਮਿਤ ਹੈ, ਰਾਜਸਥਾਨ ਤੱਕ ਹੀ ਸੀਮਿਤ ਹੈ। ਅਸੀਂ ਤੁਹਾਨੂੰ ਇਸ ਸਮੇਂ ਦਿਖਾ ਦਿੰਦੇ ਹਾਂ ਕਿ ਬੀਜੇਪੀ ਦੇ ਸ਼ਾਸਿਤ ਸੂਬਾ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਅੰਦੋਲਨ ਦਾ ਕਰੰਟ ਕਿਸ ਤਰ੍ਹਾਂ ਦੇ ਨਾਲ ਹੈ, ਜਿਸ ਨੂੰ ਬੀਜੇਪੀ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਯੋਗੀ ਆਦਿੱਤਿਆਨਾਥ ਦੇ ਨੱਕ ਦੇ ਹੇਠਾਂ ਕਿਸ ਤਰ੍ਹਾਂ ਦੇ ਨਾਲ ਕਿਸਾਨ ਅੰਦੋਲਨ ਮਗ ਰਿਹਾ ਹੈਗਾ, ਇਸ ਦੇ ਦ੍ਰਿਸ਼ ਦਿਖਾਉਣ ਦੇ ਲਈ ਦੈਨਿਕ ਸਵੇਰਾ ਦੀ ਟੀਮ ਪਹੁੰਚੀ ਹੈ ਉੱਤਰ ਪ੍ਰਦੇਸ਼ ਦੇ ਵਿੱਚ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਅਸੀਂ ਇਸ ਸਮੇਂ ਮੌਜੂਦ ਹਾਂ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਰਹੱਦ ਦੇ ਆਖਰੀ ਪਿੰਡ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਰਹੱਦ ਤੇ ਬਣੇ ਵਸੇ ਹੋਏ ਆਖਰੀ ਪਿੰਡ ਨਵਾਬਗੰਜ ਦੇ ਵਿੱਚ ਅਸੀਂ ਇਸ ਸਮੇਂ ਮੌਜੂਦ ਹਾਂ। ਰਾਮਪੁਰ ਜ਼ਿਲ੍ਹੇ ਦਾ ਪਿੰਡ ਹੈਗਾ ਨਵਾਬਗੰਜ, ਜਿੱਥੇ ਕੱਲ ਵੀ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਗਾਜ਼ੀਪੁਰ ਜਾਣ ਦੀ ਕੋਸ਼ਿਸ਼ ਕੀਤੀ, ਪਰ ਯੋਗੀ ਆਦਿੱਤਿਆਨਾਥ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ। ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸੀਗਾ ਭਾਰੀ, ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਸੀ। ਉਹ ਦ੍ਰਿਸ਼ ਵੀ ਅਸੀਂ ਦੈਨਿਕ ਸਵੇਰਾ ਦੇ ਉੱਤੇ ਦਿਖਾਏ ਸੀਗੇ। ਪਰ ਅੱਜ ਫੇਰ ਕਿਸਾਨਾਂ ਨੇ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਰਾਮਪੁਰ ਦੇ ਵਿੱਚੋਂ ਦੁਬਾਰਾ ਤੋਂ ਦਿੱਲੀ ਵੱਲ ਨੂੰ, ਗਾਜ਼ੀਪੁਰ ਵੱਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਵਾਰ ਫੇਰ ਕਿਸਾਨਾਂ ਨੂੰ ਰੋਕ ਲਿਆ ਗਿਆ। ਉੱਤਰਾਖੰਡ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈਗੀ ਹੈ ਔਰ ਉੱਤਰਾਖੰਡ ਤੋਂ ਅੱਗੇ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਦਾਖਲ ਹੁੰਦੇ ਨੇ, ਉਸ ਸਮੇਂ ਵੀ ਜਿਹੜਾ ਰਾਮਪੁਰ ਜ਼ਿਲ੍ਹਾ ਆਖਰੀ ਜ਼ਿਲ੍ਹਾ ਹੈਗਾ, ਉੱਥੇ ਨਵਾਬਗੰਜ ਪਿੰਡ ਦੇ ਵਿੱਚ ਕਿਸਾਨ ਇਕੱਠੇ ਹੋਏ। ਜ਼ਿਲ੍ਹੇ ਦੇ ਹੋਰ ਕਈ ਸਾਰੇ ਥਾਵਾਂ ਦੇ ਉੱਤੇ ਕਿਸਾਨ ਇਕੱਠੇ ਹੋਏ, ਪਰ ਯੂਪੀ ਸਰਕਾਰ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਕਿਸਾਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਦਿੱਲੀ ਦੇ ਵਿੱਚ ਨਾ ਪਹੁੰਚਣ ਦਿੱਤਾ ਜਾਵੇ। ਅਸੀਂ ਇਸ ਸਮੇਂ ਨਵਾਬਗੰਜ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ। ਇਹ ਪਿੱਛੇ ਜਿਹੜੀਆਂ ਟਰਾਲੀਆਂ ਲੱਗੀਆਂ ਹੋਈਆਂ ਨੇ, ਇਹਨਾਂ ਟਰਾਲੀਆਂ ਦੇ ਵਿੱਚ ਕਿਸਾਨ ਸਵਾਰ ਹੋ ਕੇ ਆਪਦਾ ਰਾਸ਼ਨ ਪਾਣੀ ਲੈ ਕੇ ਗਾਜ਼ੀਪੁਰ ਜਾਣ ਦੇ ਲਈ ਤਿਆਰ ਹੋਏ ਸੀਗੇ, ਪਰ ਯੂਪੀ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ। ਭਾਰੀ ਪੁਲਿਸ ਬਲ ਜਿਹੜਾ ਹੈ ਨਵਾਬਗੰਜ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ। ਰਾਮਪੁਰ ਤੱਕ ਦੇ ਅਸੀਂ ਵੱਖ-ਵੱਖ ਥਾਵਾਂ ਦੇ ਦ੍ਰਿਸ਼ ਪਹਿਲਾਂ ਹੀ ਦੈਨਿਕ ਸਵੇਰਾ ਤੇ ਦਿਖਾ ਚੁੱਕੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉੱਥੇ ਰੋਕਿਆ ਗਿਆ ਸੀਗਾ, ਪਰ ਨਵਾਬਗੰਜ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਬਾਰਡਰ ਤੇ ਪੁਲਿਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ। ਅਸੀਂ ਤੁਹਾਨੂੰ ਥੋੜੀ ਸਮੇਂ ਦੇ ਬਾਅਦ ਉਸ ਬਾਰਡਰ ਦੇ ਉੱਤੇ ਵੀ ਲੈ ਕੇ ਜਾਵਾਂਗੇ, ਜਿੱਥੇ ਅਸੀਂ ਦਿਖਾਵਾਂਗੇ ਕਿ ਬਾਰਡਰ ਦੇ ਇੱਕ ਪਾਸੇ ਉੱਤਰਾਖੰਡ ਦੀ ਪੁਲਿਸ ਤਾਇਨਾਤ ਹੈਗੀ ਹੈ, ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ, ਤੇ ਦੂਸਰੇ ਪਾਸੇ ਜਿਹੜੀ ਹੈ ਯੋਗੀ ਆਦਿੱਤਿਆਨਾਥ ਨੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਹੈ। ਸਿੱਖ ਸੰਗਤਾਂ ਇੱਥੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਨੇ, ਕੱਲ ਨੂੰ ਜਿਹੜਾ ਹੈਗਾ ਉਹ ਕੂਚ ਕਰਨਾ ਹੈ ਦਿੱਲੀ ਵੱਲ ਨੂੰ। ਦੁਬਾਰਾ ਦਬਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ, ਪਰ ਇਹ ਜਿਹੜੀ ਕੋਸ਼ਿਸ਼ ਹੈ ਬਹੁਤੀ ਕਾਰਗਰ ਜਾਂ ਕਾਮਯਾਬ ਨਹੀਂ ਰਹੀ। ਦੁਬਾਰਾ ਜਿਹੜੇ ਨੇ ਕਿਸਾਨ ਦੁਬਾਰਾ ਤੋਂ ਇਕੱਠੇ ਹੋ ਕੇ ਟਰਾਲੀਆਂ ਜਿਹੜੀਆਂ ਨੇ, ਇਹ ਤੁਹਾਨੂੰ ਦੱਸ ਦਈਏ ਕਿ ਇੱਥੇ ਵੀ ਗੁਰਦੁਆਰਾ ਸਾਹਿਬ 'ਚ ਵੀ ਟਰਾਲੀਆਂ ਨੇ। ਪੂਰੇ ਰਾਮਪੁਰ ਦੇ ਵਿੱਚ, ਪੂਰੇ ਜ਼ਿਲ੍ਹੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਕਿਸਾਨ ਆਪਣੀ ਤਿਆਰੀ ਕਰੀ ਦੇ ਬੈਠੇ ਨੇ ਕਿ ਸਰਕਾਰ ਦਾ ਦਬਾਅ ਨਾ, ਤੇ ਜਿਸ ਤਰ੍ਹਾਂ ਦੇ ਰਾਜਸਥਾਨ ਦੇ ਵਿੱਚ ਗੁਜਰਾਤ ਤੱਕ ਤੋਂ ਕਿਸਾਨ ਪਹੁੰਚੇ ਹੋਏ ਨੇ ਨਾ, ਜਿਸ ਤਰ੍ਹਾਂ ਦੇ ਨਾਲ ਹਰਿਆਣਾ ਪੁਲਿਸ ਦਾ ਇਸੇ ਐਗਜ਼ਾਮਪਲ ਜਿਹੜੀ ਉਦਾਹਰਨ ਨੂੰ ਦਿੱਤੀ ਜਾ ਸਕਦੀ ਹੈ
ਜਿਸ ਤਰ੍ਹਾਂ ਦੇ ਨਾਲ ਪੰਜਾਬ ਤੋਂ ਜਦੋਂ ਕਿਸਾਨ ਚੱਲੇ ਸੀਗੇ ਹਰਿਆਣਾ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਸੇ ਤਰ੍ਹਾਂ ਦੀ ਸਥਿਤੀ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦੇਖਦੇ ਆ ਰਹੇ ਹਾਂ। ਜਿਸ ਸਮੇਂ ਉੱਤਰ ਪ੍ਰਦੇਸ਼ ਦੇ ਵਿੱਚ ਅਸੀਂ ਦਾਖਲ ਹੋਏ, ਲਗਾਤਾਰ ਅਸੀਂ ਦੇਖਦੇ ਆਏ ਕਿ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਕਈ ਸਾਰੇ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਤੈਨਾਤ ਜਿਹੜੀ ਹੈ ਉਹ ਕੀਤੀ ਗਈ ਹੈਗੀ ਹੈ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ। ਨਵਾਬਗੰਜ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਲੋਕ ਇੱਥੇ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈਗਾ, ਕਿਸ ਤਰ੍ਹਾਂ ਦੇ ਨਾਲ ਇੱਥੇ ਕਿਸਾਨਾਂ ਨੂੰ ਰੋਕਿਆ ਗਿਆ ਦਿੱਲੀ ਵੱਲ ਨੂੰ, ਗਾਜ਼ੀਪੁਰ ਵੱਲ ਨੂੰ ਜਾਣ ਦੇ ਲਈ। ਸਰਦਾਰ ਸਾਹਿਬ ਕੀ ਨਾਮ ਤੁਹਾਡਾ? ਬਲਵੀਰ ਸਿੰਘ। ਬਲਵੀਰ ਜੀ, ਕੀ ਮਾਹੌਲ ਹੈਗਾ, ਕੀ ਸਥਿਤੀ ਹੈਗੀ ਇੱਥੇ ਔਰ ਕਿਸ ਤਰ੍ਹਾਂ ਦੇ ਪੁਲਿਸ ਨੇ ਤੁਹਾਨੂੰ ਰੋਕਿਆ, ਪਹਿਲੇ ਇਹ ਦੱਸੋ। ਪੁਲਿਸ ਨੇ ਯੂਪੀ ਬਾਰਡਰ ਵਾਲੇ ਤੇ ਉੱਤਰਾਖੰਡ ਬਾਰਡਰ ਵਾਲੇ ਦੋਨਾਂ ਸਾਈਡਾਂ 'ਚੋਂ ਰੋਕਿਆ। ਅੰਦਾ ਤੋਂ ਫੋਰਸ ਬੈਠੀ ਆ ਦੋਨਾਂ ਸਾਈਡਾਂ ਤੇ ਵੀ ਅਸੀਂ ਨਹੀਂ ਜਾਣ ਦੇਣਾ, ਪਰ ਕਿਸਾਨਾਂ ਨੇ ਹੱਥ ਠਾਣੀ ਹੋਈ ਆ ਵੀ ਇਹ ਜ਼ਰੂਰ ਪਹੁੰਚਾਂਗੇ, ਕਿਵੇਂ ਪਹੁੰਚੀਏ, ਜਿਵੇਂ ਮਰਜ਼ੀ ਪਹੁੰਚਾਂਗੇ ਜ਼ਰੂਰ। ਇਹ ਸਾਡੇ 7 ਪਿੰਡ ਇੱਥੇ ਫੌਜੀ ਕਲੋਨੀ ਆ। ਸਨ 52 ਦੀ ਜ਼ਮੀਨ ਅਲਾਟਮੈਂਟ 10-10 ਕਿੱਲੇ ਸਾਡੇ ਬਜ਼ੁਰਗਾਂ ਨੇ ਬੰਜਰ ਉਖੇੜੇ। ਅੱਜ ਇਹ ਮੋਦੀ ਸਾਨੂੰ ਬਰਬਾਦ ਕਰਨਾ ਚਾਹ ਰਿਹਾ ਹੈ। ਅਸੀਂ ਪਹੁੰਚਾਂਗੇ, ਹਰ ਹਾਲਤ 'ਚ ਪੂਰਾ ਇਲਾਕਾ ਪਹੁੰਚੂ, ਪੂਰਾ ਪ੍ਰਦੇਸ਼ ਪਹੁੰਚੂ। ਅੱਜ ਸਵੇਰ ਨੂੰ ਵੀ ਬਾਬਾ ਜੀ ਬਹੁਤ ਸਾਰੇ ਕਿਸਾਨ ਇਕੱਠੇ ਹੋਏ ਸੀਗੇ, ਮਜਬੂਰਨ ਟਰਾਲੀਆਂ ਲਾਣੀਆਂ ਪਈਆਂ। ਪੁਲਿਸ ਨੇ ਕਿਸ ਤਰ੍ਹਾਂ ਦੇ ਨਾਲ ਰੋਕਿਆ? ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸਿੰਘੂ ਤੋਂ ਬੈਠ ਕੇ ਉੱਥੇ ਰਾਜਸਥਾਨ ਬਾਰਡਰ ਤੇ ਕਿਸਾਨ ਬੈਠ ਕੇ ਦੇਖ ਰਹੇ ਨੇ ਕਿ ਜਿਹੜੇ ਉਹਨਾਂ ਦੇ ਭਰਾ ਇੱਥੋਂ ਯੂਪੀ ਤੋਂ ਆਉਣੇ ਸੀਗੇ ਉਹ ਨਹੀਂ ਪਹੁੰਚ ਪਾ ਰਹੇ। ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ ਇੱਥੇ ਵੀ ਇਹੀ ਗੱਲ ਏ। ਯੂਪੀ ਦੇ ਵਿੱਚ ਰਾਮਪੁਰ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਚੀਫ ਮਿਨਿਸਟਰ ਦਾ ਜ਼ੋਰ ਹੈ ਤੇ ਉਹ ਇਹੀ ਚੀਜ਼ ਰੋਕ ਰਿਹਾ ਕਿ ਕਿਸਾਨ ਉੱਥੇ ਨਾ ਜਾਣ। ਲੇਕਿਨ ਕਿਸਾਨ ਆਪਣੀ ਤਿਆਰੀ ਹੈ ਕਿ ਪਿੰਡਾਂ ਦੇ ਵਿੱਚ ਹੀ ਵੀ ਜਾਣਗੇ, ਆਸੇ-ਪਾਸਿਓਂ ਵੀ ਜਾਣਗੇ, ਬਚ ਕੇ ਜਾਣਗੇ। ਲੇਕਿਨ ਅਸੀਂ ਇੱਕ ਮਾਹੌਲ ਕਾਲੇ ਬਣਾ ਰਹੇ ਹਾਂ ਕਿ ਸਾਡੇ ਕੋਲ 100 ਟਰਾਲੀ ਹੋਵੇ, 10,000 ਬੰਦਾ ਹੋਵੇ, ਅਸੀਂ ਸਰਕਾਰ ਦੇ ਨਾਲ ਲੜ ਕੇ ਅੱਗੇ ਨਿਕਲਾਂਗੇ। ਅਸੀਂ ਆਪਣਾ ਦੂਜਾ ਇਹਨਾਂ ਦਾ ਆਉਣ ਜਾਣ ਦਾ ਟ੍ਰੈਫਿਕ ਵੀ ਬੰਦ ਕਰਾਂਗੇ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਤਕਲੀਫ ਹੋਵੇ, ਉੱਥੇ ਤੱਕ ਪਹੁੰਚ ਕੇ ਉਹ ਟ੍ਰੈਫਿਕ ਬੰਦ ਦੇ। ਜਦ ਇਹਨਾਂ ਦਾ ਇਹ ਬੰਦ ਹੋ ਜਾਏਗਾ ਤੇ ਸਾਨੂੰ ਚਾਲੂ ਕਰਨਗੇ। ਜੇ ਨਹੀਂ ਸਾਡੇ ਟਰੈਕਟਰ ਟਰਾਲੀ ਕਿਸੇ ਤਰ੍ਹਾਂ ਦੇ ਨਾਲ ਜ਼ੋਰ ਨਾਲ ਜਾਣਗੇ, ਸਾਡੇ ਜਿਹੜੇ ਪਿੰਡ ਨੇ, ਪਿੰਡਾਂ ਦੀਆਂ ਔਰਤਾਂ ਬੱਚੇ ਸੜਕ ਤੇ ਆ ਕੇ ਮੇਨ ਰੋਡ ਤੇ ਬੈਠਣਗੇ, ਉਹ ਟ੍ਰੈਫਿਕ ਨੂੰ ਨਹੀਂ ਜਾਣ ਦੇਣਗੇ, ਬਿਲਕੁਲ ਬੰਦ ਕਰ ਦੇਣਗੇ। ਪੂਰੇ ਪਰਿਵਾਰ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਕਿਤੇ ਇਹ ਮੈਸੇਜ ਤੇ ਨਹੀਂ ਜਾ ਰਿਹਾ ਕਿ ਦਬਾ ਲਏ ਗਏ ਨੇ ਇੱਥੋਂ ਜਿਹੜੇ ਕਿਸਾਨ ਨੇ? ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਸ ਤਰ੍ਹਾਂ ਦਾ ਐਟੀਟਿਊਡ ਪ੍ਰਧਾਨ ਮੰਤਰੀ ਮੋਦੀ ਦਾ ਹੈਗਾ ਉਸੇ ਤਰ੍ਹਾਂ ਦਾ ਹੀ ਜਿਹੜਾ ਯੋਗੀ ਆਦਿੱਤਿਆਨਾਥ ਦਾ ਹੈਗਾ। योगी आदित्यनाथ जी ਵੇਖੋ, ਇੱਕ ਸਾਡੇ ਇੱਥੇ ਯੂਪੀ ਦੇ ਵਿੱਚ ਕਹਾਵਤ ਹੈ ਕਿ ਜਿਸਕਾ ਕੰਮ ਉਸੀ ਕੋ ਸਾਜੇ ਔਰ ਕਰੇ ਤਾਂ ਡੰਡਾ ਬਾਜੇ। ਇੱਕ ਹੀ ਜਦੋਂ ਚਾਹ ਮਾਂਜਣ ਵਾਲੇ, ਭਾਂਡੇ ਮਾਂਜਣ ਵਾਲੇ ਨੂੰ ਪ੍ਰਧਾਨ ਮੰਤਰੀ ਬਣਾਤਾ, ਉਹਨੇ ਦੇਸ਼ ਮਾਂਜ ਕੇ ਰੱਖਤਾ, ਪਹਿਲੀ ਗੱਲ। ਦੂਜੀ ਗੱਲ, ਯੋਗੀ ਆਦਿत्यनाथ ਨੂੰ ਕਹਿ ਦਿੰਦਾ, ਯੋਗੀ ਆਦਿत्यनाथ ਦਾ ਥੋੜੇ ਦਿਨ ਪਹਿਲਾਂ ਬਿਆਨ ਆਇਆ ਕਿ ਕਿਸਾਨ ਖੇਤ 'ਚ ਚੰਗੇ ਲੱਗਦੇ ਨੇ। ਮੈਂ ਇਹਨੂੰ ਦੱਸਣਾ ਚਾਹੁੰਦਾ ਕਿ ਮਠਾਧੀਸ਼ ਵੀ ਮਠਾਂ ਚੰਗੇ ਲੱਗਦੇ ਨੇ, ਤੂੰ ਇੱਥੇ ਕੀ ਕਰਨ ਡਿਆ? ਸਵਾਗਤ ਹੈ ਜੀ। ਮੈਂ ਔਰ ਆਹੀ ਚੀਜ਼ ਕਹੀ ਸਹੀ ਪਾਤਰ ਬੰਦੇ ਨੂੰ ਆਪਣੀ ਦੇਸ਼ ਦੀ ਔਰ ਆਪਣੇ ਪ੍ਰਦੇਸ਼ ਦੀ ਬਾਗਡੋਰ ਨਹੀਂ ਦਿੱਤੀ। ਅੱਜ ਸਾਨੂੰ ਆਹ ਦਿਨ ਦੇਖਣੇ ਪੈਣ ਡੇ ਨੇ। ਸਾਡੀ ਕੌਮ ਨੇ ਉਹ ਰਾਜ ਵੀ ਵੇਖਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਦੋਂ ਕਿ ਤੇ 1 ਰੁਪਈਆ ਤੇਰਾ ਡਾਲਰ ਦੇ ਮੁਕਾਬਲੇ ਹੁੰਦਾ ਸੀ। ਅੱਜ ਇਹਨੇ ਕਿੱਥੇ ਪਹੁੰਚਾ ਦਿੱਤਾ ਆ ਮੋਦੀ ਸਰਕਾਰ। ਔਰ ਐਸ ਪ੍ਰਧਾਨ ਮੰਤਰੀ ਨੂੰ ਸਿਰਫ ਇੰਨੀ ਸਮਝ ਹੈ, ਇਹਨੂੰ ਪੁੱਛ ਲਓ ਫਲਕਚੁਏਸ਼ਨ ਕੀ ਹੁੰਦਾ ਹੈ, ਇਕਨੋਮਿਕਸ ਕੀ ਹੈ। 2 ਰਿਜ਼ਰਵ ਬੈਂਕ ਦੇ 2 ਗਵਰਨਰਾਂ ਨੇ ਇਸਤੀਫਾ ਦਿੱਤਾ। ਉਹ ਕਿਉਂ ਦਿੱਤਾ? ਆ ਕੇ ਡਿਬੇਟ ਕਰੇ। ਮੈਂ ਇੱਕ ਆਮ ਜਿਹਾ ਇਨਸਾਨ ਆ, ਇੱਥੇ ਕਿਸਾਨ ਆ, ਲੇਕਿਨ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਚੈਲੰਜ ਕਰਦਾ ਕਿ ਉਹ ਮੇਰੇ ਨਾਲ ਆ ਕੇ ਇਕਨੋਮਿਕਸ ਦੇ ਉੱਤੇ ਬਹਿਸ ਕਰੇ। ਔਰ ਅਗਰ ਉਹ ਜਿੱਤ ਜਾਏ ਤਾਂ ਮੈਨੂੰ ਨੀਵੇਂ ਥਾਂ ਤੇ ਬਿਠਾ ਦੇ, ਮੈਨੂੰ ਦੱਸਾਂ ਇਹਦੀਆਂ ਕਿਹੜੀਆਂ ਨੀਤੀਆਂ ਗਲਤ ਨੇ। ਔਰ ਜਿਹੜੇ ਨਵੇਂ ਕਾਨੂੰਨ ਨੇ, ਆ ਨਵੇਂ ਕਾਨੂੰਨ 'ਚ 3 ਇਹੋ ਜਿਹੇ ਪੁਆਇੰਟ ਨੇ ਜਿਹੜੇ ਸਿੱਧੇ ਸਾਨੂੰ ਪਿੱਛੇ ਲੈ ਕੇ ਜਾਣਗੇ ਔਰ ਸਾਡੀ ਜ਼ਮੀਨ ਨੂੰ ਹਥਿਆਰ ਦੇ ਉਹ ਸਿੱਧੇ ਹਥਿਆਰ ਨੇ। ਇਹਨੇ ਆਖਿਆ ਕਿ ਅਗਰ ਤੁਹਾਡੀ ਮੋਰ ਦੈਨ ਦਾ 10,000 FOB ਵਿਲ ਬੀ ਐਸਟੈਬਲਿਸ਼ਡ, ਕਿ ਅਗਰ FOB ਬਣਾਈਆਂ ਜਾਣਗੀਆਂ, ਉਹਦਾ ਜਿਹੜਾ ਅਧਿਕਾਰੀ ਹੋਏਗਾ ਉਹ SDM ਕੋਲ ਤੁਸੀਂ ਜਾ ਸਕਦੇ ਹੋ, ਕੋਰਟ ਦੇ ਕੋਲ ਕਿਸਾਨ ਨਹੀਂ ਜਾ ਸਕਦਾ। ਹੁਣ ਤੁਸੀਂ ਦੱਸੋ, SDM ਜਿਹੜਾ ਕਿ ਅੱਜ ਇੱਕ ਆਦਿत्यनाथ ਦੇ ਇਸ਼ਾਰੇ ਕਰਕੇ ਸਾਨੂੰ ਰੋਕ ਰਿਹਾ, ਉਹ ਕੱਲ ਨੂੰ ਅਡਾਨੀ ਦੇ ਆਖੇ ਲਾ ਕੇ ਸਾਡੀ ਜ਼ਮੀਨ ਨਹੀਂ ਇੱਥੇ ਆਏਗਾ, ਉਹ ਕਿਹਦੀ ਭਾਸ਼ਾ ਬੋਲੇਗਾ? ਇੱਕ SDM ਜਿਹੜਾ ਉਹ ਕੱਲ ਅਸੀਂ ਇੱਥੋਂ ਬਿਲਾਸਪੁਰ ਦਾ SDM ਵੇਖਿਆ ਕਿਵੇਂ ਉਹ ਭੱਜਦੜ ਕਰਨ ਡਿਆ ਸੀਗਾ, ਸਿਰਫ ਇਸ ਕਰਕੇ ਕਿ ਮੰਤਰੀ ਔਰ ਮੁੱਖ ਮੰਤਰੀ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਰੋਕਿਆ ਜਾਏ। ਸਾਡੇ ਇੱਥੇ ਸਨਮਾਨਿਤ ਵੀਰ ਜੀ ਨੇ ਬਾਬਾ ਨੂਪ ਸਿੰਘ ਜੀ, ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਇਸ ਅੰਦੋਲਨ ਤੋਂ ਅਲੱਗ ਕੀਤਾ ਜਾਏ ਔਰ ਸਾਰੇ ਦੀ ਸਾਰੀ ਸੰਗਤ ਜਿਹੜੀ ਉਹ ਖੇਰੂ ਹੋ ਜਾਏ। ਲੇਕਿਨ ਆ ਚੀਜ਼ ਬਿਲਕੁਲ ਨਹੀਂ ਹੋਏਗੀ। ਔਰ ਆ ਜਿਹੜੇ ਇਹਨਾਂ ਦੇ ਮਨਸੂਬੇ ਨੇ, ਆ ਮਨਸੂਬੇ ਅਸੀਂ ਅੱਜ ਨਹੀਂ ਵੇਖਣ ਦੇ, ਸਾਡਾ ਵਿਰਸਾ ਹੈ। ਅਸੀਂ ਇਹਨਾਂ ਦੇ ਮਨਸੂਬੇ ਔਰੰਗਜ਼ੇਬ ਦੇ ਟਾਈਮ ਤੋਂ ਵੇਖਣ ਦੇ ਆ। ਹਕੂਮਤ ਹਮੇਸ਼ਾ ਸਿੱਖ ਰਾਜ ਦੇ ਔਰ ਸਿੱਖਾਂ ਦੀ ਫਿਲਾਸਫੀ ਦੇ ਖਿਲਾਫ ਰਹਿੰਦੀ ਹੈ। ਅਸੀਂ ਕੋਈ ਇੱਕ ਅਲੱਗ ਤੋਂ ਦੀ ਆਪਣਾ ਕੋਈ ਰਾਜ ਕਾਇਮ ਨਹੀਂ, ਸਾਡੀ ਇੱਕ ਸਿੱਖ ਫਿਲਾਸਫੀ ਹੈ ਜਿਹੜੀ ਸਭ ਨੂੰ ਨਾਲ ਲੈ ਕੇ ਚੱਲਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹਰੀ ਸਿੰਘ ਨਲਵਾ, ਥੋੜੇ ਦਿਨ ਪਹਿਲਾਂ ਇੱਕ ਆਸਟ੍ਰੇਲੀਆ ਦੇ ਵਿੱਚ ਇੱਕ ਹੋਇਆ ਮੱਤ, ਉਹਦੇ ਵਿੱਚ ਹਰੀ ਸਿੰਘ ਨਲਵਾ ਨੂੰ ਸਭ ਤੋਂ ਜ਼ਿਆਦਾ ਜਿਹਦੇ ਕੋਲੋਂ ਵਿਰੋਧੀ
ਲੜਦੇ ਸਨ ਔਰ ਪ੍ਰਜਾ ਸਭ ਤੋਂ ਜ਼ਿਆਦਾ ਪਿਆਰ ਕਰਦੀ ਸੀ। ਇਹੋ ਜਿਹੇ ਰਾਜ ਸਾਡੇ ਵਿਰਸਿਆਂ ਨੇ ਦਿੱਤੇ ਨੇ, ਸਾਡੇ ਪੁਰਖਿਆਂ ਨੇ ਦਿੱਤੇ ਨੇ, ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਔਰ ਇਸ ਗੱਲੋਂ ਭੁੱਲ ਜਾਏ ਮੋਦੀ, ਭੁੱਲ ਜਾਏ ਯੋਗੀ ਕਿ ਆ ਸਾਨੂੰ ਜਾਂ ਸਾਡੇ ਕਿਸੇ ਵੀ ਕਿਸਾਨ ਨੂੰ, ਇੱਥੇ ਗੱਲ ਕਿਸਾਨ ਦੀ ਆ ਗਈ ਕਿ ਕਿਸਾਨ ਨੂੰ ਸਾਡਾ ਇੱਕ ਜੱਦੀ ਪੇਸ਼ਾ ਕਿਸਾਨ ਹੋਣਾ ਔਰ ਆ ਕਿਸਾਨਾਂ ਨੂੰ ਦਬਾ ਲੇਗਾ। ਜਾਂ ਕਿਸਾਨ ਅੱਜ ਦਾ ਉਹੀ ਕਿਸਾਨ ਹੈ ਆ ਚਾਹੁੰਦਾ ਕਿਸਾਨ ਰਹੇ ਪਾਟੇ ਕੱਪੜੇ, ਰੋਟੀ ਹੱਥ 'ਚ ਫੜੀ ਹੋਏ ਔਰ ਅਚਾਰ ਦੇ ਨਾਲ ਉਹ ਖਾਂਦਾ ਹੋਏ। ਇਹਨਾਂ ਨੂੰ ਉਹ ਕਿਸਾਨ ਚਾਹੀਦਾ। ਅੱਜ ਦਾ ਕਿਸਾਨ ਉਹ ਨਹੀਂਗਾ। ਅੱਜ ਦਾ ਕਿਸਾਨ ਉਹ ਜਿਹਦੇ ਕੋਲ ਫਾਰਚੂਨਰ ਗੱਡੀਆਂ ਵੀ ਨੇ, ਜਿਹਦੇ ਕੋਲ ਲੱਖ ਲੱਖ ਰੁਪਏ ਦੀ ਮੱਝ ਵੀ ਹੈ, ਠੀਕ ਹੈ। ਔਰ ਯੋਗੀ ਨੇ ਤਾਂ ਵੇਖੀ ਨਹੀਂ ਹੋਣੀ ਮੱਝ ਉਹ ਜੀ ਕਦੀ, ਠੀਕ। योगी आदित्यनाथ मतलब बीजेपी ਦੀ ਸਰਕਾਰ ਹੈਗੀ ਆ, ਕਿਆ ਬੀਜੇਪੀ ਦੇ ਲੋਕ ਦੁਨੀਆ ਨੂੰ ਮਨਾਉਣ ਦੇ ਵਿੱਚ ਜੁਟੇ ਹੋਏ ਨੇ ਕਿ ਖੇਤੀ ਕਾਨੂੰਨ ਬਹੁਤ ਚੰਗੇ ਹੈਗੇ ਆ? ਤੁਸੀਂ ਉਸ ਸੂਬੇ ਦੇ ਵਿੱਚ ਰਹਿੰਦੇ ਹੋ ਜਿੱਥੇ ਬੀਜੇਪੀ ਦੀ ਸਰਕਾਰ ਹੈਗੀ, ਇੱਥੇ ਖੇਤੀ ਦੀ ਕੀ ਸਥਿਤੀ ਹੈ? ਇੱਥੇ ਖੇਤੀ ਬੜੀ ਅੱਛੀ ਹੋ ਰਹੀ ਆ। ਦੇਖੋ ਇੱਥੇ ਡਿਵੈਲਪਮੈਂਟ ਇਹ ਆ ਕਿ 52 ਦੇ ਵਿੱਚ ਇੱਥੇ ਜੰਗਲ ਸੀਗਾ, ਹੁਣ ਤੁਸੀਂ ਉਹਨਾਂ ਦੀਆਂ ਕੋਠੀਆਂ ਰੈਜ਼ੀਡੈਂਸ ਦੇਖੋ, ਉਹਨਾਂ ਦੇ ਜਾ ਕੇ ਟਰੈਕਟਰ ਦੇਖੋ, ਉਹਨਾਂ ਦੇ ਬੱਚੇ ਪੜ੍ਹਦੇ ਦੇਖੋ ਨੈਣੀਤਾਲ ਤੇ ਹੋਰਾਂ ਚੰਗੇ ਚੰਗੇ ਹਿੱਲ ਸਟੇਸ਼ਨਾਂ ਤੇ, ਉਹਨਾਂ ਦੇ ਬੱਚੇ ਪੜ੍ਹ ਕੇ ਅਮਰੀਕਾ ਜਾਂਦੇ ਦੇਖੋ। ਇਸ ਵੇਲੇ ਕੋਈ ਕਮੀ ਨਹੀਂ, ਨਾ ਸਾਨੂੰ ਕੋਈ ਸੁੱਖ ਦਰਦ ਹੈ, ਨਾ ਸਾਨੂੰ ਕੋਈ ਵੀ ਇਹਨਾਂ ਦੀ ਤਾਕਤ ਚਾਹੀਦੀ ਆ। ਪੈਸਾ ਨਹੀਂ ਚਾਹੀਦਾ, ਸਾਡੇ ਕੋਲ ਆਪਣਾ ਪੈਸਾ ਬਹੁਤ ਹੈ। ਸਾਡੇ ਘਰ ਜਾ ਕੇ ਦੇਖੇ, ਇਹਦੇ ਤਾਂ ਆਪਣਾ ਡੇਰੇ ਬਣਾਏ ਹੋਏ ਨੇ ਇਹਨਾਂ ਨੇ, ਇਹਨਾਂ ਦਾ ਤੁਰਦੇ ਫਿਰਦੇ ਨੇ। ਸਾਡੇ ਪੱਕੇ ਡੇਰੇ ਨੇ ਜਿਨ੍ਹਾਂ 'ਚ ਏਸੀ ਵੀ ਲੱਗੇ ਨੇ। ਅਗਰ ਸਾਨੂੰ ਬਿਜਲੀ ਨਹੀਂ ਦਿੰਦੇ, ਸਾਡੇ ਕੋਲ ਜਨਰੇਟਰ ਨੇ। ਸਾਡੇ ਬੱਚਿਆਂ ਨਾਲ ਗੱਲ ਕਰਕੇ ਦੇਖੇ, ਸਾਡੀ ਅਸੀਂ ਅਨਪੜ੍ਹਤਾ ਦੇ ਵਿੱਚ 10ਵੀਂ ਵੀ ਪਾਸ ਆ ਮੈਂ, ਲੇਕਿਨ ਸਾਨੂੰ ਇਹਨਾਂ ਦੇ ਬੱਚਿਆਂ ਨਾਲ, ਇਹਨਾਂ ਨਾਲ ਸਾਨੂੰ ਅਕਲ ਆ। ਇੱਥੇ ਜਿਹੜੇ ਪੁਲਿਸ ਗਵਰਨਮੈਂਟ ਆ ਉਹ ਸਾਡੇ ਸਾਹਮਣੇ ਬੋਲ ਨਹੀਂ ਸਕਦੀ ਇਸ ਗੱਲ ਦੇ ਬਾਰੇ, ਨੀਵੇਂ ਪਾਉਂਦੇ ਨੇ। ਉਹ ਇਹ ਕਹਿੰਦੇ ਨੇ ਕਿ ਸਾਡੇ ਵੱਲ ਦੇਖੋ, ਥੋੜਾ ਜਿਹਾ ਤੁਸੀਂ ਕੱਲੇ ਕੱਲੇ ਚਲੇ ਜਾਓ। ਅਸੀਂ ਆ ਨਾ ਡਰੇ ਹੋਏ ਨੇ ਬਿਲਕੁਲ, ਅਸੀਂ ਕੋਈ ਡਾਂਗ ਨਹੀਂ, ਸਾਡੇ ਕੋਲ ਸੋਟਾ ਨਹੀਂ ਹੈ ਇਹਨਾਂ ਨੂੰ ਡਰਾਉਣ ਲਈ, ਲੇਕਿਨ ਸਾਡੇ ਬੱਚੇ ਗੱਲ ਨਾ ਡਰਾਉਂਦੇ ਨੇ ਇਹਨਾਂ ਨੂੰ। ਗੱਲ ਨਾ ਡਰਾਉਂਦੇ ਨੇ ਕਿ ਇਹ ਇਸ ਤਰ੍ਹਾਂ ਦਾ ਮੈਸੇਜ ਗਿਆ ਹੈਗਾ यूपी ਦੇ ਕਿਸਾਨਾਂ 'ਚ ਕਿ ਯੋਗੀ ਆਦਿत्यनाथ ਦਬਾ ਸਕਦੇ ਨੇ, ਜਾਂ ਕਿਤੇ ਤੁਸੀਂ ਤੇ ਨਹੀਂ ਢਹਿੰਦੀ ਕਲਾ 'ਚ ਚਲੇ ਗਏ? ਕੋਈ ਮੈਸੇਜ ਨਹੀਂ। ਸਰਕਾਰ ਨੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਸਾਡਾ ਕਿਸਾਨ ਭਾਈਚਾਰਾ ਬਿਲਕੁਲ ਨਹੀਂ ਦਬਿਆ। ਪੂਰਾ ਹੋਮ ਹਵਾ ਕੇ ਜਾਣ ਨੂੰ ਤਿਆਰ ਆ। ਕੱਲ੍ਹ ਨੂੰ ਸਾਡੀ ਲੱਖਾਂ ਵਿੱਚ ਸੰਗਤ ਜਾਏਗੀ ਔਰ ਸਾਰੀ ਸਾਡੀ ਤਿਆਰੀ ਹੋ ਚੁੱਕੀ ਆ। ਕਿਸੇ ਵੀ ਤਰੀਕੇ ਦਾ ਸਾਡੇ ਤੇ ਅੱਜ ਦੇ ਟਾਈਮ ਦਬਾਅ ਨਹੀਂਗਾ। ਜੋਗੀ ਸਰਕਾਰ ਨੇ ਦਬਾਅ ਪਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਸਾਡੇ ਤੇ, ਪਰ ਸਾਡਾ ਜਿਹੜਾ ਕਿਸਾਨ ਆ, ਕਿਸਾਨ ਯੂਨੀਅਨ ਦੀ ਬੜੀ ਏਕਤਾ ਆ, ਸਾਡਾ ਬਹੁਤ ਭਾਈਚਾਰਾ ਆ। ਅਸੀਂ ਬੜੇ ਮਜ਼ਬੂਤ ਤਰੀਕੇ ਨਾਲ ਤਿਆਰ ਆ ਔਰ ਕੱਲ੍ਹ ਨੂੰ ਹੋਮ ਹਵਾ ਕੇ ਚੱਲਾਂਗੇ ਔਰ ਲੱਖਾਂ ਦੀ ਤਾਦਾਦ ਵਿੱਚ ਜਾਵਾਂਗੇ। ਕਈ ਕਿਲੋਮੀਟਰ ਨਾਲ ਸਾਡੀ ਮਤਲਬ ਸੰਗਤ ਜਾਏਗੀ। ਇਹ ਇੱਥੇ ਇੱਕ ਹੋਰ ਗੱਲ ਅਸੀਂ ਤੁਹਾਨੂੰ ਟਰਾਲੀਆਂ ਵੀ ਦਿਖਾ ਦਿੰਨੇ ਆ, ਤੁਸੀਂ ਸਰਦਾਰ ਸਾਹਿਬ ਆ ਕੇ ਦਿਖਾ ਦਿਓ, ਜਿਹੜੀਆਂ ਜਿਸ ਤਰ੍ਹਾਂ ਦੇ ਨਾਲ ਅਸੀਂ ਸਿੰਘੂ ਬਾਰਡਰ ਤੇ ਜਾਂ ਦੂਸਰੇ ਬਾਰਡਰਾਂ ਦੇ ਉੱਤੇ ਦੇਖ ਰਹੇ ਕਿ ਕਿਸਾਨ ਆਪਦੀਆਂ ਟਰਾਲੀਆਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਲੈ ਕੇ ਪਹੁੰਚੇ ਨੇ। ਕਿਆ ਇੱਥੇ ਵੀ ਉਸ ਤਰ੍ਹਾਂ ਦੀ ਤਿਆਰੀ ਹੈਗੀ? ਅਸੀਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ, ਕਿਉਂਕਿ ਉੱਥੇ ਕਿਸਾਨ ਬੈਠੇ ਹੋਏ ਨੇ, ਉਹ ਕਹਿੰਦੇ ਨੇ ਕਿ ਚਾਹੇ 6 ਮਹੀਨੇ ਲੱਗ ਜਾਣ, ਚਾਹੇ ਸਾਲ ਲੱਗ ਜੇ, ਵਾਪਸ ਨਹੀਂ ਪਰਤਣਾ। ਇਹ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਹੋਈਆਂ ਨੇ। ਦੂਜੇ ਪਾਸੇ ਤੁਸੀਂ ਦੇਖ ਲਓ ਕਿ ਤਿਆਰੀਆਂ ਚੱਲਦੀਆਂ ਪਈਆਂ ਨੇ। ਕਿਆ ਇਸ ਪਾਸੇ ਵੀ ਇਸ ਤਰ੍ਹਾਂ ਦੀਆਂ ਤਿਆਰੀ ਹੈਗੀ ਆ ਦੂਜੇ ਪਾਸੇ ਕਿ ਜੇ ਸਮਾਂ ਲੱਗ ਜੇ, ਬਹੁਤ ਸਮਾਂ ਲੱਗ ਜੇ, ਤਾਂ ਉੱਥੇ ਟਿਕ ਕੇ ਪਹੁੰਚੋਗੇ? ਔਰ ਇੱਕ ਦੂਜੀ ਵੱਡੀ ਗੱਲ ਕਿ ਪਹੁੰਚ ਪਾਓਗੇ? ਸਾਡਾ ਆ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਲੰਗਰ ਹੈ ਆ 1538 ਤੋਂ ਲੈ ਕੇ ਚੱਲ ਰਿਹਾ। ਗੁਰੂ ਮਹਾਰਾਜ ਦੀ ਕਿਰਪਾ ਰਹੇਗੀ ਆ 2038 ਤੱਕ ਵੀ ਚੱਲ ਪਏਗਾ। ਜੇ ਸਾਨੂੰ ਲੋੜ ਪੈਗੀ ਅਸੀਂ ਦਿੱਲੀ ਦੇ ਵਿੱਚ ਹੀ ਲੰਗਰ ਵੀ ਚੱਲੇਗਾ। ਕਿਸੇ ਚੀਜ਼ ਦੀ ਕੋਈ ਕਮੀ ਗੁਰੂ ਪਾਤਸ਼ਾਹ ਨਹੀਂ ਆਉਣ ਦੇਣਗੇ, ਆ ਸਾਨੂੰ ਯਕੀਨ ਹੈ। ਔਰ ਆ ਸਾਡਾ ਇਹ ਇਤਿਹਾਸ ਸਾਰੀ ਦੁਨੀਆ ਜਾਣਦੀ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਟਰਾਲੀਆਂ ਵੀ ਦਿਖਾ ਦਿੰਨੇ। ਇਹ ਕੀ ਤਿਆਰੀ ਹੋ ਰਹੀ ਹੈ? ਦੂਜੇ ਪਾਸੇ ਇਹ ਵੀ ਤਿਆਰੀ ਹੋ ਰਹੀ ਹੈ। ਔਰ ਦੇਖੋ ਟਰਾਲੀਆਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ। ਰਾਸ਼ਨ ਪਾਣੀ ਰੱਖ ਰਹੇ ਹੋ ਇਹਨਾਂ ਦੇ ਵਿੱਚ? ਆ ਜੀ ਅਸੀਂ ਆ ਟਰਾਲੀਆਂ, ਸਾਰੀਆਂ ਟਰਾਲੀਆਂ ਦੇ ਨਾਲ ਇਹਦਾ ਟਰਾਲੀ ਦਾ ਪ੍ਰੋਪਰ ਤਰੀਕੇ ਨਾਲ ਉਹਦਾ ਐਸਟੀਮੇਟ ਕਰਕੇ ਔਰ ਉਹਨੂੰ ਪ੍ਰੋਪਰ ਤਿਆਰ ਕਰਕੇ ਉਹਦੇ ਵਿੱਚ ਰਾਸ਼ਨ ਔਰ ਉਹਦੇ ਨਾਲ ਕਿਸੇ ਮੀਂਹ ਸਰਦੀ ਤਰੇਲ ਤੋਂ ਬਚਾ, ਸੰਗਤ ਦਾ ਬਚਾ, ਰਾਸ਼ਨ ਦਾ ਬਚਾ। ਆਉਣ ਵਾਲੇ ਲਗਭਗ 5 ਤੋਂ ਲੈ ਕੇ 6 ਮਹੀਨਿਆਂ ਦਾ ਰਾਸ਼ਨ ਅਸੀਂ ਕੱਲ ਨਾਲ ਲੈ ਕੇ ਜਾ ਰਹੇ ਹਾਂ। ਉਸ ਤੋਂ ਬਾਅਦ ਅਗਰ ਲੋੜ ਪੈਗੀ ਤਾਂ ਪਿੱਛੋਂ ਰਸਦ ਹੀ ਪਹੁੰਚਦੀ ਹੋਰ ਕਰਾਂਗੇ। ਕਿੰਨੀਆਂ ਕ ਟਰਾਲੀਆਂ ਜਾਣਗੀਆਂ ਕੱਲ ਨੂੰ? ਸਾਡੇ ਲਗਭਗ ਨੀਅਰ ਅਬਾਊਟ ਜਿਹੜਾ ਐਸਟੀਮੇਟ ਹੈ, ਅਗਰ ਸਾਰਾ ਕੁਝ ਠੀਕ ਠਾਕ ਰਿਹਾ ਤੇ ਸਾਡੀ ਲਗਭਗ 70 ਤੋਂ ਲੈ ਕੇ 90 ਟਰਾਲੀ ਜਿਹੜੀ ਇੱਥੋਂ ਤੁਰੇਗੀ ਪਿੰਡ ਨਵਾਬਗੰਜ ਤੋਂ। 70 ਤੋਂ ਲੈ ਕੇ 90 ਟਰਾਲੀ ਨਵਾਬਗੰਜ ਤੋਂ ਤੁਰਨੀ ਹੈਗੀ ਆ। ਅੱਜ ਵੀ ਅਸੀਂ ਇਹ ਗੱਲ ਸੁਣੀ ਆਉਂਦੇ ਹੁੰਦੇ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਕਿਸਾਨ ਇਕੱਠੇ ਹੋਏ ਪਏ ਸੀ। ਕਿੰਨੇ ਕੁ ਕਿਸਾਨ ਸੀਗੇ, ਪਰ ਇਹ ਅੱਜ ਸਫਲ ਕਿਉਂ ਨਹੀਂ ਹੋ ਪਾਏ ਤੁਸੀਂ ਇੱਥੋਂ ਜਾਣ ਦੇ ਵਿੱਚ? ਇਦਾਂ ਦੀ ਕੋਈ ਗੱਲ ਨਹੀਂ, ਅਸੀਂ ਪੂਰਾ ਸਫਲ ਸੀ। ਜੋ ਸਾਡਾ ਟੀਚਾ ਆਪਣਾ ਡਿਕਲੇਅਰ ਕੀਤਾ ਹੋਇਆ ਉਹ ਸਾਡਾ ਕੱਲ ਦਾ ਆ। ਅਸੀਂ ਕੱਲ ਨੂੰ ਤੁਰਨਾ ਆ। ਐਸਾ ਨਹੀਂ ਹੈ ਕਿ ਜਾਣ ਦੇ ਵਿੱਚ ਅਸੀਂ ਅੱਜ ਸਫਲ ਨਹੀਂ ਹੋਏ, ਅਸੀਂ ਜਾਣ ਦੇ ਵਿੱਚ ਅੱਜ ਵੀ ਸਫਲ ਹਾਂ। ਅੱਜ ਅਸੀਂ ਤਿਆਰੀ ਕਰ ਰਹੇ ਹਾਂ। ਰਾਸ਼ਨ ਪਾਣੀ ਸਾਡਾ ਟਰਾਲੀਆਂ ਲੱਦ ਚੁੱਕਿਆ ਆ, ਸਾਡੀ ਤਿਆਰੀ ਹੋ ਚੁੱਕੀ ਆ। ਕੋਸ਼ਿਸ਼ ਹੈ ਕਿ ਬਿਲਾਸਪੁਰ ਤੋਂ ਸਾਡੀ 200 ਟਰਾਲੀ ਤੁਰੇਗੀ, ਘੱਟੋ ਘੱਟ 200 ਟਰਾਲੀ ਸਾਡੀ ਇੱਥੋਂ ਤੁਰੇਗੀ ਔਰ ਲੱਖਾਂ ਦੇ ਵਿੱਚ ਸੰਗਤ ਹੋਏਗੀ। 4 ਤੋਂ 5 ਕਿਲੋਮੀਟਰ ਦਾ ਸਾਡਾ ਕਾਫਲਾ ਹੋਏਗਾ ਲੰਬਾ, 5 ਕਿਲੋਮੀਟਰ 4-5 ਕਿਲੋਮੀਟਰ। ਦੂਸਰੀ ਗੱਲ ਇੱਕ ਹੋਰ ਮੈਂ ਵੀ ਤੁਹਾਡੇ ਤੋਂ ਜਾਣਨਾ ਚਾਹਨਾ ਕਿ ਖੇਤੀ ਨੂੰ ਲੈ ਕੇ ਇੱਥੇ ਕੀ ਸਥਿਤੀ ਹੈਗੀ ਆ, ਕਿਉਂਕਿ ਬੀਜੇਪੀ ਤੇ ਲਗਾਤਾਰ ਕਹਿ ਰਹੀ ਹੈ ਕਿ ਕਾਨੂੰਨ ਬੜੇ ਚੰਗੇ ਹੈਗੇ ਆ।
ਤੁਹਾਡੇ ਯੂਪੀ ਦੇ ਉੱਤਰ ਪ੍ਰਦੇਸ਼ ਦੀ ਖੇਤੀ ਦੀ ਕੀ ਸਥਿਤੀ ਹੈਗੀ? ਇੱਥੇ ਕਿਸਾਨ ਕਿੱਡੇ ਕੁ ਚੰਗੇ ਨੇ? ਕਿਉਂਕਿ ਅਖਬਾਰਾਂ 'ਚ ਤੇ ਫੋਟੋਆਂ ਲੱਗ ਰਹੀਆਂ ਕਿ ਬੜੇ ਕਿਸਾਨ ਖੁਸ਼ਹਾਲ ਹੈਗੇ। ਦੇਖੋ ਜੀ, ਯੂਪੀ ਦੇ ਵਿੱਚ ਪਹਿਲਾਂ ਇੱਥੇ ਜੰਗਲ ਸੀਗੇ, ਜੰਗਲ ਸਾਡੇ ਪੁਰਖਿਆਂ ਨੇ ਆ ਕੇ ਪੁੱਟੇ ਨੇ ਔਰ ਅੱਜ ਖੇਤੀ ਕਰਨੀ ਇਹਨਾਂ ਨੂੰ ਸਿਖਾ ਦਿੱਤੀ ਏ ਔਰ ਅੱਜ ਉਸੇ ਜਰਖੇਜ਼ ਜ਼ਮੀਨ ਦਾ ਇਹਨਾਂ ਨੂੰ ਲਾਲਚ ਏ ਕਿ ਆਹ ਜਰਖੇਜ਼ ਜ਼ਮੀਨ ਅਸੀਂ ਆਪਣੇ ਖਾਸ ਹਿਮਾਇਤੀਆਂ ਨੂੰ ਦਈਏ ਔਰ ਉਹਦੇ ਬਦਲੇ ਤੁਹਾਨੂੰ ਵੀ ਪਤਾ ਹੋਏਗਾ ਕਿ ਲਗਭਗ 4500 ਕਰੋੜ ਰੁਪਈਆ ਇਹਨਾਂ ਨੇ ਚੁਣਾਵੀ ਚੰਦਾ ਲਿਆ ਸੀਗਾ ਔਰ ਉਸੇ ਚੰਦੇ ਨੂੰ ਲੁਟਾਉਣ ਦੀ ਅੱਜ ਇਹਨਾਂ ਦੀ ਵਾਰੀ ਆ ਗਈ। ਅੱਜ ਇਹਨਾਂ ਨੂੰ ਅਗਰ ਇਹਨਾਂ ਨੇ ਕੋਈ ਐਸਟੈਬਲਿਸ਼ ਕਰਨਾ ਤੇ ਇਹਨਾਂ ਨੂੰ ਕਿਉਂ ਨਹੀਂ ਪਹਾੜ ਲੱਭਦੇ, ਇਹਨਾਂ ਨੂੰ ਕਿਉਂ ਨਹੀਂ ਪਠਾਰ ਲੱਭਦੇ, ਇਹਨਾਂ ਨੂੰ ਜਰਖੇਜ਼ ਜ਼ਮੀਨ ਹੀ ਕਿਉਂ ਲੱਭਦੀ? ਉਹ ਜਰਖੇਜ਼ ਜ਼ਮੀਨ ਇਹਨਾਂ ਨੂੰ ਪਤਾ ਆਬਾਦ ਕਿਹਨਾਂ ਨੇ ਕੀਤੀ? ਸਿੱਖਾਂ ਨੇ। ਹੁਣ ਮੈਂ ਤੁਹਾਨੂੰ ਇੱਕ ਗੁਜਰਾਤ ਦਾ ਐਗਜ਼ਾਮਪਲ ਦੇਣਾ। ਗੁਜਰਾਤ ਦੇ ਵਿੱਚ ਜਿਹੜੇ ਕਿ ਲਾਲ ਬਹਾਦਰ ਸ਼ਾਸਤਰੀ ਨੇ ਖੁਦ ਸਿੱਖ ਪੰਜਾਬ ਚੋਂ ਸੱਦ ਕੇ ਸੀਮਾਵਰਤੀ ਇਲਾਕਿਆਂ 'ਚ ਉੱਥੇ ਵਸਾਏ ਸੀਗੇ ਕਿ ਜਿਹਦੇ ਨਾਲ ਉੱਥੋਂ ਦੀ ਜ਼ਮੀਨ ਖੁਸ਼ਹਾਲ ਹੋ ਸਕੇ। ਜਦੋਂ ਉਹ ਜ਼ਮੀਨ ਅੱਜ ਜਰਖੇਜ਼ ਹੋ ਗਈ ਹੈ, ਇਹਨੇ 2014 2013 ਦੇ ਵਿੱਚ ਉਹ ਸਾਰੇ ਸਰਦਾਰਾਂ ਨੂੰ, ਸਿੱਖਾਂ ਨੂੰ ਉੱਥੋਂ ਉਜਾੜਿਆ, ਕਿਸਾਨਾਂ ਨੂੰ ਉਜਾੜਿਆ ਔਰ ਉਹਦੇ ਪੱਟੇ ਕੱਟ ਕੇ ਉਹਨੂੰ ਮੁੜ ਕੇ ਬਾਅਦ ਦੇ ਵਿੱਚ ਆਪਣੇ ਅਡਾਨੀ ਨੂੰ, ਜਿਹੜਾ ਕਿ ਗੁਜਰਾਤ ਦਾ, ਉਹਨੂੰ ਉੱਥੇ ਉਹ ਅਲਾਟਮੈਂਟ ਕੀਤੀ। ਉਹਦਾ ਉੱਥੇ ਸੋਲਰ ਪੁਆਇੰਟ, ਉਹਦੀ ਉੱਥੇ ਫੈਕਟਰੀਜ਼ ਮੈਂ ਇੱਕ ਵਾਰੀ ਰਾਸ਼ਨ ਵੀ ਦਿਖਾਣਾ ਚਾਹਨਾ। ਜਿਹੜੀ ਰਾਸ਼ਨ ਲੈ ਕੇ ਤੁਸੀਂ ਜਾ ਰਹੇ ਹੋ, ਅਸੀਂ ਆਪਣੇ ਤੁਹਾਨੂੰ ਰਾਸ਼ਨ ਵੀ ਦਿਖਾ ਦਿੰਦੇ ਕਿ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ। ਸਿਰਫ ਦਾਵਾ ਨਹੀਂ ਹੈਗਾ, ਇਹ ਤਿਆਰੀ ਹੈਗੀ ਹੈ। ਜਿਸ ਤਰ੍ਹਾਂ ਦੇ ਨਾਲ ਬੀਜੇਪੀ ਕਹਿ ਰਹੀ ਹੈ ਕਿ ਖੇਤੀ ਕਾਨੂੰਨ ਬਹੁਤ ਚੰਗੇ ਨੇ, ਪਰ ਜਿਹੜੇ ਸੂਬੇ ਦੇ ਵਿੱਚ ਬੀਜੇਪੀ ਦਾ ਰਾਜ ਹੈਗਾ, ਤੁਸੀਂ ਟਰਾਲੀਆਂ ਦੇਖ ਰਹੇ ਹੋ, ਇੱਕ ਟਰਾਲੀ ਜਿਹੜੀ ਹੈ ਉਹ ਇੱਥੇ ਤਿਆਰ ਕਰ ਲਈ ਗਈ ਹੈ ਪੂਰੀ ਤਰ੍ਹਾਂ ਦੇ ਨਾਲ। ਦੂਸਰੀ ਟਰਾਲੀ ਇੱਥੇ ਤਿਆਰ ਕੀਤੀ ਗਈ ਹੈ ਸਾਰੇ ਰਾਸ਼ਨ ਦੀ। ਇਹ ਨੌਜਵਾਨ ਨੇ ਇਸ ਪਿੰਡ ਦੇ, ਇਹ ਸਾਰੀ ਟਰਾਲੀ ਜਿਹੜੀ ਹੈ ਉਹ ਤਿਆਰ ਕਰ ਲਈ ਗਈ ਹੈ। ਕੀ ਕੁਛ ਰੱਖਿਆ ਹੋਇਆ ਇੱਥੇ ਇਸ ਟਰਾਲੀ ਦੇ ਵਿੱਚ? ਕੀ ਕੁਛ ਹੈਗਾ? ਆਲੂ, ਪਿਆਜ਼, ਦਾਲ ਤੇ ਚੌਲ, ਆਟਾ, ਬਾਕੀ ਸਾਰੀ ਜੋ ਬੇਸਿਕ ਚੀਜ਼ਾਂ ਨੇ, ਚਾਹ ਪੱਤੀ, ਚੀਨੀ, ਬੇਸਿਕ ਚੀਜ਼ਾਂ ਸਾਰੀਆਂ ਹੀ ਨੀਡ ਪੂਰੀ ਕੀਤੀਆਂ ਹੋਈਆਂ ਨੇ। ਸਾਰਾ ਕੁਝ ਤੁਹਾਡੇ ਪਿੰਡ ਦੇ ਇਹਨੇ ਯੂਥ ਨਾਲ ਨਹੀਂ ਹੈਗੇ? ਕੀ ਚੱਕਰ ਹੈਗਾ ਕਿ ਬਾਬੇ ਹੀ ਚੱਲੇ ਨੇ ਉੱਥੇ? ਸਾਰੇ ਸਾਡੇ ਯੂਥ ਦੀ ਸੇਵਾ ਜੀ, ਇਹ ਪੂਰਾ ਇਲਾਕੇ ਦੀ, ਸਾਡੇ ਪੂਰੇ ਇਲਾਕੇ ਦੀ ਸੇਵਾ ਜੀ। ਜਿੰਨੇ ਮੁੰਡੇ, ਜਿੰਨੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ, ਕੋਈ ਪਿੱਛੇ ਨਹੀਂ ਭਾਜੀ, ਇੱਕ ਬੰਦਾ ਨਾਲ ਏ, ਬਿਲਕੁਲ ਨਾਲ, ਪੰਜਾਬ ਦੇ ਨਾਲ ਹੱਥ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ, ਪਿੱਛੇ ਨਹੀਂ ਹਟਾਂਗੇ ਵੀਰ। ਡਰੇ ਤੇ ਨਹੀਂ ਇੰਨੀ ਫੋਰਸ ਦੇਖ ਕੇ? ਵੀਰ ਜੀ ਫੋਰਸ ਇਹ ਹੋਰ ਲੈਣ ਵੀਰ ਜੀ, ਪਿੱਛੇ ਹਟ ਜੀਏ ਤਾਂ ਇਹ ਵੀ ਗੱਲ ਰਹੀ। ਇਹ ਵੀ ਇੱਥੇ ਦੇ ਵਾਲੇ ਬੰਦੇ ਖੜੇ ਹੋਏ ਨੇ। ਹੁਣ ਲੋਕਾਂ ਨੇ ਸੁਣਿਆ ਹੋਣਾ ਹੈ ਵੀ ਯੂਪੀ ਨੂੰ ਛੋਟਾ ਪੰਜਾਬ, ਮਿਨੀ ਪੰਜਾਬ ਕਹਿੰਦੇ ਆ। ਹੁਣ ਕੱਲ ਪਤਾ ਵੀ ਲੱਗਿਆ ਕਿਉਂ ਕਹਿੰਦੇ ਆ, ਕੱਲ ਪਤਾ ਲੱਗਿਆ ਕਿਉਂ ਕਹਿੰਦੇ ਆ। ਕਿਉਂਕਿ ਅੱਜ ਇਹ ਮੈਸੇਜ ਗਿਆ ਕਿ ਇਕੱਠੇ ਹੋਏ ਸੀਗੇ, ਕੱਲ ਵੀ ਲਾਠੀ ਚਾਰਜ ਹੋਇਆ, ਨਹੀਂ ਜਾ ਪਾਏ, ਅੱਜ ਵੀ ਇਕੱਠੇ ਹੋਏ ਸੀਗੇ ਪਰ ਨਹੀਂ ਨਿਕਲ ਪਾਏ। ਅਸੀਂ ਵੀ ਇਹੀ ਸਾਰੀਆਂ ਜਾਣਕਾਰੀਆਂ ਲੈਣ ਤੋਂ ਬਾਅਦ ਇੱਥੇ ਪਹੁੰਚੇ ਆ ਵੀ ਬੜੇ ਸਾਰੇ ਕਿਸਾਨਾਂ ਨੂੰ ਬੜੀ ਭਾਰੀ ਪੁਲਿਸ ਫੋਰਸ ਲਾ ਕੇ ਰੋਕ ਲਿਆ ਗਿਆ। ਇਹੀ ਗੱਲ ਸੀਗੀ ਕਿ ਕਿਤੇ ਢੈਂਦੀ ਕਲਾ ਚ ਨਹੀਂ ਚਲ ਗਏ ਪੰਜਾਬੀ ਯੂਪੀ ਦੇ, ਕਿਉਂਕਿ ਲੋਕਾਂ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਤੋਂ ਕਿਸਾਨ ਚੱਲੇ ਸੀਗੇ ਹਰਿਆਣਾ ਪਾਰ ਕਰਦੇ ਹੋਏ, ਜਿਵੇਂ ਕਿ ਉਹ ਸਾਰੀ ਦੁਨੀਆ ਨੇ ਦੇਖਿਆ। ਦੇਖੋ ਜੀ, ਇਹ ਤੇ ਪ੍ਰਸ਼ਾਸਨ ਖੇਡਾਂ ਖੇਡਣ ਡਿਆ ਤੇ ਅਸੀਂ ਤੇ ਖੇਡਾਂ ਖੇਡਣ ਨੂੰ ਬਣੇ। ਇਹੋ ਜਿਹੇ ਖੇਡਾਂ ਦੇ ਸ਼ੁਰੂ ਤੋਂ ਸਾਡੇ ਬਜ਼ੁਰਗ, ਸਾਡੇ ਬਾਬੇ ਮਹਾਰਾਜ ਸਾਰੇ ਖੇਡਦੇ ਆਏ ਨੇ। ਇਹ ਕੀ ਆ ਜੀ ਸਾਡੇ ਲਈ? ਇਹ ਸਾਡੇ ਵੱਡੇ ਤੀਸੀਏ ਨਹੀਂ ਛੱਡੇ ਸਾਡੇ। ਮੈਂ ਕਹਿੰਦਾ ਬਾਬੇ ਕੰਡਿਆਂ ਤੇ ਸੋਤੇ ਰਹੇ, ਪੇੜਾਂ ਦੀਆਂ ਖੱਲਾਂ ਖਾ ਕੇ, ਪੱਤੇ ਖਾ ਕੇ, ਇੰਨੀਆਂ ਜੰਗਾਂ ਜਿੱਤ ਗਏ। ਸਾਨੂੰ ਤਾਂ ਫਿਰ ਛੁਹਾਰੇ ਬਦਾਮ ਮਿਲੀ ਜਾਂਦੇ ਉੱਥੇ, ਫਿਰ ਲੰਗਰਾਂ ਦੇ ਲੰਗਰ ਲੱਗੇ। ਅਸੀਂ ਐ ਟਲ ਜਾਾਂਗੇ? ਕੀ ਗੱਲਾਂ ਕਰਦੇ ਮਹਾਰਾਜ? ਵੀਰ ਜੀ ਪੂਰੀ ਤਿਆਰੀ ਏ, ਪਿੱਛੇ ਹਟਣ ਵਾਲੇ ਨਹੀਂ, ਪਿੱਛੇ ਹਟਣ ਵਾਲੇ ਨਹੀਂ। ਇਸ ਵਾਰ ਚੱਲੇ ਆ, ਤੁਸੀਂ ਵੀ ਦੇਖੋਗੇ, ਤੁਸੀਂ ਨਾਲ ਰਹੋ। ਜੇ ਪਿੱਛੇ ਹਟੀਏ, ਤੁਸੀਂ ਦੇਖਿਓ ਜਨਤਾ ਕਿਵੇਂ ਇਕੱਠ, ਤੁਸੀਂ ਦੇਖੋਗੇ ਕਿਹੜਾ ਮਿਨੀ ਪੰਜਾਬ ਜਿਹੜਾ ਤੁਹਾਨੂੰ ਦਿਸੂਗਾ, ਕੱਲ ਦਿਸੂਗਾ ਭਾਜੀ। ਇਹ ਇਲਾਕਾ ਤੁਹਾਨੂੰ ਮਿਨੀ ਪੰਜਾਬ ਕੱਲ ਦਿਸੂਗਾ। ਜਿਹੜਾ ਲੱਗਦਾ ਕੀ ਪਿਆ ਕਿ ਕਾਨੂੰਨ ਵਾਪਸ ਹੋਣੇ ਆ, ਨਹੀਂ ਹੋਣੇ? ਕਿਉਂਕਿ ਸਰਕਾਰ ਅਜੇ ਤੱਕ ਗੱਲਬਾਤ ਨਹੀਂ ਕਰ ਰਹੀ। ਅਸੀਂ ਅਜੇ ਸਿੰਘੂ ਤੋਂ ਆਏ ਆ, ਅਜੇ ਵੀ ਖੁੱਲੀਆਂ ਚਿੱਠੀਆਂ ਆ ਰਹੀਆਂ, ਉਸ ਦੇ ਵਿੱਚ ਕੋਈ ਖਾਸ ਗੱਲ ਨਹੀਂ ਲਿਖ ਰਹੀ ਸਰਕਾਰ। ਲੱਗ ਕੀ ਰਿਹਾ? ਮਹਾਰਾਜ ਸਰਕਾਰ ਵਾਪਸ ਲਏਗੀ ਕਾਨੂੰਨ, ਤੇ ਸਰਕਾਰ ਦੀ ਮਜਬੂਰੀ ਬਣ ਜਾਣੀ ਕਾਨੂੰਨ ਵਾਪਸ। ਜਦ ਤੱਕ ਸਰਕਾਰ ਆਪਣੇ ਕਾਨੂੰਨ ਵਾਪਸ ਨਹੀਂ ਲੈਂਦੀ, ਅਸੀਂ ਪਿੱਛੇ ਨਹੀਂ ਹਟਾਂਗੇ। ਇਹ ਸਰਕਾਰ ਦੀ ਹੁਣ ਇਹ ਸਮਝ ਲੈ, ਸਰਕਾਰ ਵੀ ਇਹ ਆਰ ਪਾਰ ਦੀ ਲੜਾਈ ਆ, ਹੁਣ ਦੀ ਜਾਂਦੇ ਆ ਰਹੇ ਆ ਪਾਰ। ਪਰ ਇਹ ਵੀ ਕਿਹਾ ਜਾਂਦਾ ਨਾ ਵੀ ਕਿ ਯੋਗੀ ਆਦਿੱਤਿਆਨਾਥ ਵੀ ਉਸੇ ਤਰ੍ਹਾਂ ਦੇ ਜਿੱਦੀ ਕਿਸਮ ਦੇ ਨੇ ਜਿਸ ਤਰ੍ਹਾਂ ਦੇ ਬਾਰੇ ਪ੍ਰਧਾਨ ਮੰਤਰੀ ਦੀ ਹੈ। ਵੀਰ ਜੀ ਯੋਗੀ ਆਦਿੱਤਿਆਨਾਥ ਬਣੇ ਤਾਂ ਫਿਰ ਕਿਸਾਨਾਂ ਤੋਂ ਨੇ ਨਾ, ਆਹ ਤਾਂ ਨਹੀਂ ਕਿ ਮਤਲਬ ਉਤੋਂ ਇਲੈਕਸ਼ਨ ਹੋ ਕੇ ਆ ਗਏ, ਇਲੈਕਟ ਹੋ ਗਏ। ਐਟ ਲਾਸਟ ਕਿਸਾਨਾਂ ਨੇ ਹੀ ਬਣਾਏ ਨਾ, ਕਿਸਾਨ ਲਾ ਦੇਣਗੇ ਥੱਲੇ। 70% ਵੋਟ ਕਿਸਾਨਾਂ ਦੀ ਹੈ ਜੀ, 70% ਵੋਟ ਕਿਸਾਨਾਂ ਦੀ ਹੈ। ਤੇ ਕਿਸਾਨ ਕੋਈ ਨਹੀਂ, ਇਹ ਕਿਹੜਾ ਇਲੈਕਸ਼ਨ ਦੁਬਾਰਾ ਨਹੀਂ ਆਣਾ। ਦੁਬਾਰਾ ਇਲੈਕਸ਼ਨ ਯੋਗੀ ਆਦਿੱਤਿਆਨਾਥ ਵੀ ਦੇਖਦੇ ਵੀ ਕਦ ਤੱਕ ਰਹਿੰਦੇ ਨੇ। ਇੱਥੇ ਮਾਹੌਲ ਕੀ ਹੈਗਾ? ਕਿਉਂਕਿ ਇਹ ਕਿਹਾ ਜਾਂਦਾ, ਇਹ ਆਮ ਤੌਰ ਤੇ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਵਿਰੋਧ ਕਰ ਰਹੇ ਉਹ ਸਿਰਫ ਪੰਜਾਬੀ ਕਰ ਰਹੇ ਆ, ਪੰਜਾਬੀ ਇੱਥੇ ਗੈਰ ਪੰਜਾਬੀ ਵਿਰੋਧ ਨਹੀਂ ਕਰ ਰਹੇ। ਇਸ ਤਰ੍ਹਾਂ ਇਸ ਨੂੰ ਲੈ ਕੇ ਇੱਥੇ ਕੀ ਮਾਹੌਲ ਹੈਗਾ? ਇਸ ਨੂੰ ਲੈ ਕੇ ਇਹ ਮਾਹੌਲ ਬਹੁਤ ਵਧੀਆ। ਸਾਰੇ ਆਪਣੇ ਤਨੋਂ ਮਨੋਂ ਤਾਰੇ, ਪੰਜਾਬੀ ਗੈਰ ਪੰਜਾਬੀ ਸਾਰੇ
ਨਾਲ ਸਹਿਮਤ ਨੇ ਸਾਰੇ। ਹਾਂਜੀ ਬਾਬਾ ਜੀ, ਸਾਰੇ ਨਾਲ ਨੇ, ਭਾਵਾਂ ਨਹੀਂ ਜਾ ਰਹੀਆਂ ਨੇ, ਬਸ ਸਾਰੀਆਂ ਕੌਮਾਂ ਇਕੱਠੀਆਂ ਹੋ ਕੇ ਜਾ ਰਹੀਆਂ, ਸਭ ਨਾਲ, ਸਭ ਇਕੱਠੇ ਹੋ ਕੇ ਜਾ ਰਹੇ ਜੀ, ਕੋਈ ਐਸੀ ਗੱਲ ਨਹੀਂ। ਸਭ ਮੁਸਲਮਾਨ ਹਿੰਦੂ ਸਭ ਨਾਲ ਨੇ, ਇਹ ਸਭ ਭਾਵਨਾ ਹੀ ਹੈ, ਕੋਈ ਸਭ ਸਾਰੇ ਨਾਲ ਨੇ, ਹਿੰਦੂ ਮੁਸਲਮ ਸਭ ਮਿਲ ਕੇ ਚੱਲ ਰਹੇ ਸਾਰੇ। ਪਰ ਇੱਕ ਇਹ ਵੀ ਰਾਏ ਹੈਗੀ ਹੈ ਕਿ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਦਬਾਅ 'ਚ ਹੁੰਦੀਆਂ ਨੇ, ਪ੍ਰੈਸ਼ਰ ਦੇ ਵਿੱਚ ਹੈਗੀਆਂ ਨੇ, ਜਿਸ ਤਰ੍ਹਾਂ ਦੇ ਨਾਲ ਬੀਜੇਪੀ ਦੇ ਕਈ ਲੀਡਰ ਜਾਂ ਕਈ ਹੋਰ ਲੀਡਰ ਵੀ ਕਹਿੰਦੇ ਰਹੇ ਨੇ ਕਿ ਮਾਈਨੋਰਿਟੀ ਬੀਜੇਪੀ ਦੇ ਰਾਜ ਦੇ ਵਿੱਚ ਦਬਾਅ ਦੇ ਵਿੱਚ ਹੈਗੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਸਿੱਖ ਕੌਮ ਮਿਨੋਰਿਟੀ ਦੇ ਵਿੱਚ ਹੈਗੀ ਹੈ, ਤੁਸੀਂ ਮਿਨੋਰਿਟੀ ਹੋ ਕੇ ਵੀ ਇੱਥੇ ਮਿਨੋਰਿਟੀ ਦੇ ਵਿੱਚ ਹੋਗੀ, ਇੱਥੇ ਕੀ ਸਥਿਤੀ ਹੈ? ਵਾਕਈ ਦਬਾਅ ਹੈਗਾ ਇਸ ਤਰ੍ਹਾਂ ਦਾ? ਵੇਖੋ ਜੀ, ਜਿਹੜਾ ਇਹਨਾਂ ਦਾ ਆਪਣਾ ਫੰਡਾ ਹੈ, ਜਿਹੜਾ ਇਹਨਾਂ ਦੀ ਆਪਣੀ ਆਈਡੀਓਲੋਜੀ ਹੈ, ਇਹਨਾਂ ਦੀ ਆਈਡੀਓਲੋਜੀ ਆਹੀ ਹੈ ਕਿ ਜਿੰਨੇ ਵੀ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕਿਸੇ ਵੀ ਹੱਦ ਤੱਕ ਦਬਾਇਆ ਜਾਏ। ਲੇਕਿਨ ਇੱਕ ਸਾਡੀ ਜਿਹੜੀ ਤੁਸੀਂ ਆ ਕਰ ਰਹੇ ਹੋ ਨਾ ਕਿ ਸਿਰਫ ਕੀ ਸਿੱਖ ਨੇ, ਸਿੱਖ ਸਿਰਫ ਐਸ ਕਰਕੇ ਤਾਂ ਆ ਸਾਡੀ ਵਿਲੱਖਣਤਾ ਹੈ ਕਿ ਅਸੀਂ ਹਮੇਸ਼ਾ ਕਿਸੇ ਵੀ ਅਗਰ ਕਿਸੇ ਵੀ ਤਰੀਕੇ ਦਾ ਧੱਕਾ ਹੈ, ਭਾਵੇਂ ਉਹ ਕਿਸੇ ਨਾਲ ਵੀ ਹੁੰਦਾ ਹੋਏ, ਔਰ ਅਸੀਂ ਉਹਦੇ ਖਿਲਾਫ ਖੜੇ ਹੁੰਦੇ ਆ। ਐਸ ਕਰਕੇ ਇਹਨਾਂ ਦੀ ਇੱਕ ਆਈਡੀਓਲੋਜੀ ਹੈ, ਇਹਨਾਂ ਦੀ ਆਈਡੀਓਲੋਜੀ ਆ ਜ਼ਰੂਰ ਹੈ ਕਿ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਜਿੰਨੇ ਵੀ ਅਲਪਸੰਖਿਅਕ ਨੇ ਸਭ ਨੂੰ ਦਬਾਉਣਾ ਹੈ, ਸਭ ਨੂੰ ਖਤਮ ਕਰਨਾ ਹੈ। ਲੇਕਿਨ ਸਿੱਖ ਨਾ ਕਦੀ ਦਬਿਆ, ਨਾ ਉਹ ਕਦੀ ਅੱਗੇ ਆਉਣ ਵਾਲੇ ਟਾਈਮ 'ਚ ਦਵੇਗਾ। ਇਸ ਗੱਲ ਨੂੰ ਮੋਦੀ ਵੀ ਜਾਣਦਾ। ਜਿੱਥੇ ਜਿਵੇਂ ਤੁਸੀਂ ਗੱਲ ਕੀਤੀ ਸਰਕਾਰ ਦੇ ਦਬਾਅ ਦੀ, ਸਨ 2014 ਤੋਂ ਮੋਦੀ ਜੀ ਪ੍ਰਧਾਨ ਮੰਤਰੀ ਨੇ ਇੱਕ ਵੀ ਵਿਸਾਖੀ ਦੇ ਵਾਲੇ ਦਿਨ ਇਹਨਾਂ ਨੇ ਸਿੱਖ ਕੌਮ ਨੂੰ ਟਵੀਟ ਨਹੀਂ ਕੀਤਾ, ਇੱਕ ਵੀ ਇਹਨਾਂ ਬਿਆਨ ਨਹੀਂ ਕੀਤਾ ਕਿ ਤੁਹਾਨੂੰ ਵਧਾਈ ਹੋਏ। ਔਰ ਅੱਜ ਕੱਲ ਤੁਸੀਂ ਵੇਖਿਆ ਹੋਣਾ ਰਕਾਬਗੰਜ ਸਾਹਿਬ ਮੋਦੀ ਕਿਉਂ ਪਹੁੰਚੇ ਨੇ? ਆ ਗੋਡਿਆਂ ਭਾਰ ਆ ਗਏ ਨੇ, ਆ ਗੋਡਿਆਂ ਤੇ ਆ ਗਏ ਨੇ। ਮੋਦੀ ਵੀ ਆ ਗਿਆ ਤੇ ਅਮਿਤ ਸ਼ਾਹ ਵੀ ਆ ਗਿਆ। 2014 ਤੋਂ ਇਹਨੂੰ ਲੈ ਕੇ ਚੇਤਾ ਨਹੀਂ ਆਇਆ ਗੁਰਦੁਆਰੇ ਸਾਹਿਬ ਦਾ, ਇਹਨੂੰ 2014 ਤੋਂ ਚੇਤਾ ਨਹੀਂ ਆਇਆ ਕਿ ਸਿੱਖ ਕੌਮ ਨੂੰ ਵਿਸਾਖੀ ਦੀ ਵਧਾਈ ਵੀ ਦੇਣੀ ਹੈ। ਪੀਐਮਓ ਤੋਂ ਆਫੀਸ਼ੀਅਲ ਵਧਾਈ ਆਉਂਦੀ ਹੁੰਦੀ ਸੀ, 2014 ਤੋਂ ਬਾਅਦ ਕਦੀ ਅੱਜ ਤੱਕ ਵਧਾਈ ਨਹੀਂ ਆਈ। 2020 ਆ ਗਿਆ, ਇਹਦਾ ਮਤਲਬ, ਔਰ ਅਗਰ ਆ ਕੱਜ ਰਕਾਬਗੰਜ ਗਿਆ, ਇਹਦਾ ਮਤਲਬ ਆ ਗੋਡਿਆਂ ਭਾਰ ਆ ਗਿਆ। ਮੋਦੀ ਵਾਕਈ ਆਇਆ ਗੋਡਿਆਂ ਭਾਰ ਲੱਗਦਾ? ਵਾਕਈ ਗੋਡਿਆਂ ਭਾਰ ਆਏ ਲੱਗਦੇ ਵੀ ਸਰਕਾਰ ਆਈ ਹੋਈ ਆ ਗੋਡਿਆਂ ਭਾਰ? ਬਿਲਕੁਲ ਆਈ ਹੋਈ ਹੈ ਸਰਕਾਰ, ਇਸ ਟਾਈਮ ਬਿਲਕੁਲ ਨੱਕੋ ਨੱਕ ਹੋਈ ਪਈ ਆ। ਸਰਕਾਰ ਦਾ ਵਸ ਨਹੀਂ ਚੱਲ ਰਿਹਾ ਜੀ, ਇਹ ਕਮਲੇ ਹੋਏ ਫਿਰਦੇ, ਇਹਨਾਂ ਨੂੰ ਕੋਈ ਸਮਝ ਨਹੀਂ ਆ ਰਿਹਾ ਕੀ ਕਰਨ। ਪਰ ਕਾਨੂੰਨ ਵਾਪਸੀ ਤੇ ਗੱਲ ਤੇ ਨਹੀਂ ਆ ਰਹੇ। ਨਰਿੰਦਰ ਤੋਮਰ ਹੋਣਾ ਦਾ ਇੱਕ ਤਾਜ਼ਾ ਬਿਆਨ ਹੈਗਾ, ਕਹਿੰਦੇ ਅਸੀਂ ਅਜੇ ਹੋਰ ਖੇਤੀ ਸੁਧਾਰ ਕਰਨੇ ਆ, ਅਜੇ ਪਹਿਲੇ ਦਾ ਰੇਟ ਕੰਮ ਮੁੱਕਿਆ ਨਹੀਂ, ਅਜੇ ਕਹਿ ਰਹੇ ਹੋਰ ਖੇਤੀ ਸੁਧਾਰ ਕਰਨੇ ਆ। ਵੀਰ ਜੀ, ਜਿਹੜਾ ਸੁਧਾਰ ਇਹਨਾਂ ਨੇ ਕੀਤਾ ਪਹਿਲਾਂ, ਇਸੇ ਨਾਲ ਕਿਸਾਨ ਰੱਜ ਗਏ ਨੇ। ਜਿਹੜੇ ਬੈਠੇ ਨੇ ਰੱਜੇ ਪਏ ਨੇ ਨਾ, ਜਿਹੜੇ ਹੋਰ ਸੁਧਾਰ ਕਰਨਗੇ ਤੇ ਹੋਰ ਅੱਗੇ ਆ ਜਾਣਗੇ ਲੋਕੀ। ਜਿਹੜਾ ਸੁਧਾਰ ਇਹ ਕਰ ਰਹੇ ਨੇ ਉਹ ਸਾਨੂੰ ਮਨਜ਼ੂਰ ਬਿਲਕੁਲ ਨਹੀਂਗਾ। 1% ਸਾਨੂੰ ਉਹ ਬਿਲਕੁਲ ਰੱਦ ਹੋਣੇ ਚਾਹੀਦੇ ਵੀਰ ਜੀ। ਇਹ ਜਿਹੜੇ ਉਹ ਨੇ ਕਾਨੂੰਨ ਬਿਲਕੁਲ ਰੱਦ ਹੋਣੇ ਚਾਹੀਦੇ ਨੇ। ਇੱਥੇ ਦੂਜੀ ਗੱਲ ਇਹ ਵੀ ਮੈਨੂੰ ਕੋਈ ਦੱਸੋ ਵੀ ਜਿਹੜਾ ਗਾਜ਼ੀਪੁਰ ਜਾਣਾ ਹੈਗਾ, ਗਾਜ਼ੀਪੁਰ ਹੀ ਕਿਉਂ ਚੁਣਿਆ ਗਿਆ? ਉਹ ਜਗ੍ਹਾ ਕਿਉਂ ਚੁਣੀ ਗਈ? ਕਿਉਂਕਿ ਜਿਹੜੇ ਸਿੰਘੂ ਤੇ ਬੈਠੇ ਹੋ ਸਾਨੂੰ ਪਤਾ ਹੈਗਾ ਕਿ ਉੱਥੇ ਸਾਰੀ ਕਵਰੇਜ ਦਿਖਾਈ ਹੈ ਕਿ ਉਹ ਕਿਹੜੇ ਰੂਟ ਬੰਦ ਕਰਨੇ ਸੀ। ਅਸੀਂ ਰਾਜਸਥਾਨ ਬਾਰਡਰ ਤੇ ਜਾ ਕੇ ਆਏ, ਉਸੇ ਇਹੀ ਦੇਖਿਆ ਕਿ ਜਿਹੜੀ ਟ੍ਰੇਡ ਲਾਈਨ ਸੀਗੀ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਾਜ਼ੀਪੁਰ ਜਿਹੜਾ ਜਾਣਾ ਸੀ ਉਹ ਕਿਉਂ? ਮਹਾਰਾਜ ਜਿਵੇਂ ਤੁਸੀਂ ਆਖਿਆ ਸਿੰਘੂ, ਇੱਕ ਜਿਹੜਾ ਹੈਗਾ ਗਾਜ਼ੀਪੁਰ ਬਾਰਡਰ, ਇਹ ਵੀ ਇੱਕ ਟ੍ਰੇਡ ਲਾਈਨ ਆ। ਇਹ ਸਾਡੇ ਯੂਪੀ ਉੱਤਰਾਂਚਲ ਦਾ ਸਾਰਾ ਇੱਕ ਕਨੈਕਸ਼ਨ ਪੁਆਇੰਟ ਆ ਸਾਰਾ ਜੀ। ਤੇ ਇਹ ਮੇਨ ਇੱਕ ਰੂਟ ਹੈ ਜਦੋਂ ਲਖਨਊ ਤੱਕ, ਤੁਹਾਡੇ ਲਾ ਲਓ ਲਖਨਊ, ਬਿਹਾਰ, ਇਹ ਸਾਰਾ ਬਰੇਲੀ ਜ਼ਿਲ੍ਹਾ, ਜਿੰਨਾ ਵੀ ਇੱਧਰ ਏਰੀਆ ਹੈ, ਇਹ ਸਾਰਾ ਆਗਰੇ ਤੱਕ ਵੀ ਸੇਮ ਰੂਟ ਜਾਂਦਾ ਹੈ। ਇਹੀ ਰੂਟ ਸਾਰਾ ਕਵਰੇਜ, ਇਹ ਰੂਟ ਪੂਰਾ ਬੰਦ ਕਰਨਾ ਹੈ ਜੀ। ਇਹ ਉਹਦੇ ਨਾਲ ਫਰਕ ਕੀ ਪਏਗਾ? ਫਰਕ ਜੀ ਹੁਣ ਦੇਖੋ ਜੀ, ਸਿੰਘੂ ਵੱਲ ਬੈਠੇ ਹੋਏ ਆ, ਉਹ ਰੂਟ ਬੰਦ ਹੈ ਤੇ ਤੁਹਾਡੇ ਹੋਰ ਰੂਟਸ ਬੰਦ ਨੇ। ਇੱਕ ਇਹ ਗਾਜ਼ੀਪੁਰ ਰੂਟ ਖੁੱਲਾ ਹੋਇਆ ਸੀ ਜਿਹੜਾ ਆਗਰੇ ਤੱਕ ਕਨੈਕਟ ਕਰਦਾ, ਆਗਰਾ, ਲਖਨਊ, ਆਲ ਓਵਰ ਜਿਹੜਾ ਬਿਹਾਰ ਤੱਕ ਕਨੈਕਟ ਕਰਦਾ। ਹੁਣ ਇਹ ਵੀ ਰੂਟ ਬੰਦ ਕਰਕੇ ਹੋਰ ਪ੍ਰੈਸ਼ਰ ਪਾਵਾਂਗੇ ਜੀ, ਹੋਰ ਪ੍ਰੈਸ਼ਰ ਪਾਓਗੇ। ਸੋ ਕੱਲ ਨੂੰ ਤਿਆਰੀ ਹੈਗੀ ਹੈ, ਕੱਲ ਨੂੰ ਗਾਜ਼ੀਪੁਰ ਵੱਲ ਨੂੰ ਵਧਣਾ ਹੈਗਾ। ਕਿਸਾਨਾਂ ਨੇ ਅੱਜ ਕੋਸ਼ਿਸ਼ ਕੀਤੀ ਗਈ ਸੀ ਕਿਸਾਨਾਂ ਨੂੰ, ਪਰ ਯੂਪੀ ਪੁਲਿਸ ਵੱਡੀ ਗਿਣਤੀ ਦੇ ਵਿੱਚ, ਭਾਰੀ ਗਿਣਤੀ ਦੇ ਵਿੱਚ ਇੱਥੇ ਤਾਇਨਾਤ ਕੀਤੀ ਗਈ। ਅਸੀਂ ਇਸ ਸਮੇਂ ਮੌਜੂਦ ਹਾਂ ਨਵਾਬਗੰਜ ਦੇ ਵਿੱਚ। ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਸਰਹੱਦ ਤੇ ਉੱਤੇ ਆਖਰੀ ਪਿੰਡ ਹੈਗਾ ਇਹ ਨਵਾਬਗੰਜ, ਜਿੱਥੋਂ ਕਿਸਾਨਾਂ ਨੇ ਗਾਜ਼ੀਪੁਰ ਵੱਲ ਨੂੰ ਵਧਣਾ ਸੀ ਪਰ ਉਹਨਾਂ ਨੂੰ ਇੱਥੇ ਰੋਕ ਦਿੱਤਾ ਗਿਆ। ਭਾਰੀ ਪੁਲਿਸ ਬਲ ਜਿਹੜਾ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਿਹੜਾ ਤਾਇਨਾਤ ਕੀਤਾ ਗਿਆ। ਬਾਰਡਰ ਦੇ ਉੱਤੇ ਕਿਸ ਤਰ੍ਹਾਂ ਦੀ ਸਥਿਤੀ ਹੈ, ਕਿਉਂਕਿ ਇਹ ਆਖਰੀ ਪਿੰਡ ਹੈਗਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਰਹੱਦ ਦੇ ਉੱਤੇ ਬਣਿਆ ਹੋਇਆ। ਉਹ ਸਰਹੱਦ ਦੇ ਉੱਤੇ, ਉਸ ਬਾਰਡਰ ਦੇ ਉੱਤੇ ਕਿੰਨੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਅਸੀਂ ਇਸ ਤੋਂ ਬਾਅਦ ਤੁਹਾਨੂੰ ਤੁਰੰਤ ਉੱਥੇ ਲੈ ਕੇ ਚੱਲਦੇ ਹਾਂ, ਉੱਥੇ ਦੇ ਵੀ ਤੁਹਾਨੂੰ ਦ੍ਰਿਸ਼ ਦਿਖਾਣੇ ਕਿ ਬਾਰਡਰ ਦੇ ਉੱਤੇ ਕੀ ਸਥਿਤੀ ਹੈਗੀ ਆ। ਫਿਲਹਾਲ ਕੱਲ ਨੂੰ ਸਿਰਫ ਇਥੋਂ ਇਸੇ ਜਗ੍ਹਾ ਤੋਂ ਨਹੀਂ ਬਲਕਿ ਪੂਰੇ ਰਾਮਪੁਰ ਦੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਕਿਸਾਨ ਇਕੱਠੇ ਹੋਣਗੇ ਔਰ ਕੱਲ ਨੂੰ ਗਾਜ਼ੀਪੁਰ ਵੱਲ ਨੂੰ ਕਿਸਾਨ ਵਧਣਗੇ। ਕੱਲ ਦੀ ਕੀ ਸਥਿਤੀ ਰਹਿਣ ਵਾਲੀ ਹੈ ਉਹ ਵੀ ਬੜੀ ਇੰਪੋਰਟੈਂਟ ਹੋਏਗੀ। ਸਰਦਾਰੀ, ਤੁਹਾਨੂੰ ਲੱਗਦਾ ਕਿ ਕੱਲ ਨੂੰ ਅੱਜ ਦੇ ਨਾਲੋਂ ਹੋਰ ਜ਼ਿਆਦਾ ਜ਼ੋਰ ਲਾਏਗੀ ਸਰਕਾਰ? ਵੇਖੋ ਜੀ, ਸਰਕਾਰ ਦਾ ਕੰਮ ਹੈ ਜ਼ੋਰ ਲਾਉਣਾ। ਹਕੂਮਤਾਂ ਹਮੇਸ਼ਾ ਕਿਸੇ ਵੀ ਆਪਣੇ ਖਿਲਾਫ ਜਾਂਦੀ ਹੋਈ ਚੀਜ਼ ਨੂੰ, ਲਹਿਰ ਨੂੰ ਰੋਕਣਾ ਚਾਹੁੰਦੀਆਂ ਨੇ। ਉਹਨਾਂ ਨੇ ਹਕੂਮਤ ਨੇ ਲਾਉਣਾ। ਅਸੀਂ ਮੈਂਟਲੀ ਪ੍ਰੀਪੇਅਰ ਹਾਂ ਔਰ ਅਸੀਂ ਡੈਫੀਨੇਟਲੀ ਕੱਲ ਨੂੰ ਗਾਜ਼ੀਪੁਰ ਬਾਰਡਰ ਪਹੁੰਚਾਂਗੇ।
ਸੋ ਕੱਲ ਨੂੰ ਕੋਸ਼ਿਸ਼ ਕੀਤੀ ਜਾਏਗੀ ਕਿਸਾਨਾਂ ਵੱਲੋਂ ਨਵੇਂ ਸਿਰੇ ਤੋਂ ਵੱਧ ਲੋਕ ਇਕੱਠੇ ਹੋਣਗੇ। ਪਿੰਡਾਂ ਥਾਵਾਂ ਦੇ ਵਿੱਚ ਲੋਕ ਪਰਿਵਾਰਾਂ ਘਰਾਂ ਦੇ ਵਿੱਚ ਬੈਠ ਗਏ ਨੇ ਕਿਉਂਕਿ ਤਿਆਰੀ ਕੀਤੀ ਗਈ ਸੀ। ਉਹ ਤਿਆਰੀ ਹਾਲਾਂਕਿ ਪੂਰੀ ਵੀ ਅਸੀਂ ਕਹਿ ਸਕਦੇ ਪੂਰੀ ਨਹੀਂ ਹੋਈ। ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ, ਪਰ ਹੁਣ ਕਿਸਾਨਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਹੋਏਗੀ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਕੱਲ ਨੂੰ ਗਾਜ਼ੀਪੁਰ ਵੱਲ ਨੂੰ ਕੂਚ ਕਰਨਗੇ। ਔਰ ਇਹ ਵੀ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜੇ ਸਰਕਾਰ ਸਾਨੂੰ ਰੋਕੇਗੀ ਤਾਂ ਰਸਤੇ ਵਿੱਚ ਹੀ ਧਰਨਾ ਲਾ ਕੇ ਬੈਠਣਗੇ ਤਾਂ ਕਿ ਸਰਕਾਰ ਨੂੰ ਵੀ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਜਾਏ। ਪਰ ਇਹ ਗੱਲ ਵੱਡੀ ਹੈਗੀ ਹੈ ਕਿ ਨੌਨ ਵਾਇਲੈਂਸ ਜਿਸ ਮੂਵਮੈਂਟ ਇਸ ਨੂੰ ਰੱਖਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਏਗੀ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, दैनिक सवेरा, उत्तराखंड, यूपी बॉर्डर। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मियां रफीक मोहम्मद। मोबाइल 84 374 94 647, 84 374 94 648।